वाहिगुरु 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 जी का खालसा वाहिगुरु जी की फतेह। जुड़ चुकी समुची साध संगत ਆਪਾਂ ਇਸ ਵੇਲੇ ਦੀ ਕਲਾਸ ਦੇ ਵਿੱਚ ਹਰ ਰੋਜ਼ ਦੀ ਤਰ੍ਹਾਂ ਜਪਜੀ ਸਾਹਿਬ ਦੀ ਜੋ ਸੰਥਿਆ ਤੇ ਵਿਆਖਿਆ ਚੱਲ ਰਹੀ ਹੈ ਉਹ ਆਪਾਂ ਆਰੰਭਤਾ ਕਰਾਂਗੇ ਕੁਝ ਸਮੇਂ ਤੱਕ। ਬੇਨਤੀ ਹੈ ਕਿ ਆਪ ਜੀ ਦੀ ਸਕਰੀਨ ਦੇ ਉੱਤੇ ਜੋ 21ਵੀਂ ਪੌੜੀ ਜਪਜੀ ਸਾਹਿਬ ਦੀ ਆ ਚੁੱਕੀ ਹੈ, ਆਪ ਜੀ ਪੜ੍ਹ ਸਕਦੇ ਹੋ। ਆਪਾਂ ਜਪਜੀ ਸਾਹਿਬ ਦੀਆਂ 20 ਪੌੜੀਆਂ ਜੋ ਹੈ ਉਹਨਾਂ ਦੀ ਸੰਥਿਆ ਤੇ ਵਿਆਖਿਆ ਜੋ ਹੈ ਟੂਕ ਮਾਤਰ ਵਿਆਖਿਆ ਜਿੰਨੀ ਕੁ ਆਪਾਂ ਨੂੰ ਜ਼ਰੂਰੀ ਲੱਗਦੀ ਸੀ ਉਸ ਹਿਸਾਬ ਦੇ ਨਾਲ ਆਪਾਂ ਵਿਆਖਿਆ ਵੀ ਕੀਤੀ ਹੈ ਤੇ 20 ਪੌੜੀਆਂ ਤੱਕ ਆਪਾਂ ਜੋ ਵਿਆਖਿਆ ਕੀਤੀ ਹੈ ਉਹ ਆਪ ਜੀ ਨੂੰ YouTube ਦੇ ਉੱਪਰ ਵੀ ਮਿਲ ਜਾਵੇਗੀ। ਸੋ ਅੱਜ ਆਪਾਂ ਜੋ ਇਹ 21ਵੀਂ ਪੌੜੀ ਹੈ ਇੱਥੋਂ ਆਪਾਂ ਆਰੰਭਤਾ ਕਰਨੀ ਹੈ ਤੀਰਥ ਤਪ ਦਇਆ ਦਤ ਦਾਨ ਤੋਂ। ਸੋ ਸੰਗਤ ਜੁੜ ਜਾਵੇ 1-2 ਮਿੰਟ ਤੱਕ ਤੇ ਆਪਾਂ ਇਹ ਵਿਆਖਿਆ ਦੀ ਆਰੰਭਤਾ ਜੋ ਹੈ ਸੰਥਿਆ ਦੀ ਆਰੰਭਤਾ ਜੋ ਕਰਦੇ ਹਾਂ। ਸੋ ਸੰਗਤ ਜੁੜ ਰਹੀ ਹੈ, ਆਪਾਂ ਫਿਰ ਜਲਦੀ ਇਹਦੀ ਵਿਆਖਿਆ ਦੀ ਆਰੰਭਤਾ ਕਰਦੇ ਹਾਂ। ਸਤਨਾਮ ਵਾਹਿਗੁਰੂ 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 ਸਤਨਾਮ ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਅਸੀਂ ਜਪਜੀ ਸਾਹਿਬ ਦੀ ਅੱਜ ਇਹ 21ਵੀਂ ਪੌੜੀ ਦੀ ਆਰੰਭਤਾ ਕਰਨ ਲੱਗੇ ਹਾਂ। ਸਤਿਗੁਰਾਂ ਨੇ ਜੋ ਪਿਛਲੀ ਪੌੜੀ ਦੇ ਵਿੱਚ ਜੋ ਕਿਰਪਾ ਕੀਤੀ, ਪਿਛਲੀਆਂ ਪੌੜੀਆਂ ਦੇ ਅੰਦਰ ਸੁਣਨ ਤੇ ਮੰਨਣ ਦਾ ਜੋ ਸਤਿਗੁਰਾਂ ਨੇ ਫਲ ਆਦੇਸ਼ ਦੱਸਿਆ ਸੀ, ਉਸ ਤੋਂ ਬਾਅਦ ਉਹਨਾਂ ਹੀ ਪੌੜੀਆਂ ਦੇ ਨਾਲ ਇਹ ਜਿਹੜੀ ਪੌੜੀ ਹੈ ਜਾ ਰਲਦੀ ਹੈ। ਭਾਵ ਕਿ ਉਹਨਾਂ ਹੀ ਸਤਿਗੁਰਾਂ ਦੀ ਜੋ ਉੱਪਰ ਸੁਣਨ ਤੇ ਮੰਨਣ ਦੀ ਗੱਲ ਸਤਿਗੁਰਾਂ ਨੇ ਕੀਤੀ ਹੈ, ਪਿਆਰ ਪਾਉਣ ਦੀ ਪਰਮਾਤਮਾ ਦੇ ਨਾਲ ਗੱਲ ਕੀਤੀ ਹੈ, ਨਾਮ ਦੇ ਰੰਗ ਚ ਰੰਗਣ ਦੀ ਸਤਿਗੁਰਾਂ ਨੇ ਕੀਤੀ ਗੱਲ, ਉਹਦੇ ਨਾਲ ਹੀ ਇਹ ਪੌੜੀ ਦੀ ਜਿਹੜੀ ਆਰੰਭਤਾ ਜੁੜਦੀ ਹੈ ਕਿ ਕਿਵੇਂ ਮਨੁੱਖ ਜਪ ਕੇ ਮੰਨ ਕੇ ਤੇ ਪਰਮਾਤਮਾ ਚ ਜੁੜ ਸਕਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ, ਆਪਾਂ ਆਰੰਭ ਕਰਦੇ ਹਾਂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ, ਤੀਰਥ ਤਪ ਦਇਆ ਦਤ ਦਾਨ। ਕੋਈ ਮਨੁੱਖ
ਤੀਰਥਾਂ ਤੇ ਜਾਂਦਾ ਹੈ। ਸੰਸਾਰ ਦੇ ਵਿੱਚ ਆਪਾਂ ਦੇਖਦੇ ਹਾਂ ਕੋਈ ਤੀਰਥਾਂ ਤੇ ਜਾਂਦੇ ਆ। 68 ਤੀਰਥ ਜਿਹੜੇ ਆ ਸਾਡੇ ਸਨਾਤਨੀ ਮੱਤ ਦੇ ਵਿੱਚ ਮੰਨੇ ਗਏ ਆ 68 ਤੀਰਥ। ਤੇ ਕੁਝ ਲੋਕ ਤੀਰਥਾਂ ਦੇ ਉੱਤੇ ਜਾ ਕੇ ਇਹ ਸਮਝਦੇ ਆ ਕਿ ਸਾਨੂੰ ਮੁਕਤੀ ਪ੍ਰਾਪਤ ਹੋ ਜਾਵੇਗੀ, ਤੇ ਕੁਝ ਤਪ ਕਰਦੇ ਆ ਪਰਮਾਤਮਾ ਨੂੰ ਪਾਉਣ ਵਾਸਤੇ। ਕੁਝ ਤੀਰਥਾਂ ਤੇ ਜਾਂਦੇ ਆ, ਕੁਝ ਤਪ ਕਰਦੇ ਆ। ਤੀਰਥ, ਤਪ, ਦਇਆ, ਤੇ ਕੁਝ ਜੀਵਾਂ ਦੇ ਉੱਤੇ ਦਇਆ ਕਰਦੇ ਆ। ਭਾਵ ਜੀਵਾਂ ਨੂੰ ਨਾ ਮਾਰਨ ਦੇ ਵਿੱਚ ਉਹ ਕਹਿੰਦੇ ਆ ਕਿ ਸਾਡੀ ਜੀਵਾਂ ਦੇ ਉੱਤੇ ਦਇਆ ਹੈ। ਤੀਰਥਾਂ ਤੇ ਜਾਣ ਦੇ ਨਾਲ, ਤਪ ਕਰਨ ਦੇ ਨਾਲ, ਦਇਆ ਕਰਨ ਦੇ ਨਾਲ ਦਤ ਦਾਨ ਤੇ ਕੁਝ ਦਾਨ ਦਿੰਦੇ ਆ। ਦਤ ਦਾ ਅਰਥ ਦਿੱਤਾ ਹੋਇਆ, ਭਾਵ ਜਿਹੜੀ ਕਰਮਾਂ ਦੀ ਗੱਲ ਹੈ ਨਾ, ਆਪਣੇ ਕਰਮਾਂ ਦੇ ਬਦਲੇ ਉਹ ਦਾਨ ਦਿੰਦੇ ਆ। ਕੁਝ ਤੀਰਥਾਂ ਤੇ ਜਾਂਦੇ ਆ, ਕੁਝ ਤਪ ਕਰਦੇ ਆ, ਕੁਝ ਦਇਆ ਕਰਦੇ ਆ, ਕੁਝ ਦਾਨ ਦਿੰਦੇ ਆ। ਪਰ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਕਿਹਾ ਕਿ ਜੇ ਕੋਈ ਤੀਰਥਾਂ ਤੇ ਜਾਵੇ, ਭਾਵੇਂ ਕੋਈ ਕਠਿਨ ਤੋਂ ਕਠਿਨ ਤਪ ਕਰ ਲਵੇ, ਤੇ ਭਾਵੇਂ ਜੀਵਾਂ ਦੇ ਉੱਤੇ ਜਿੰਨੀ ਮਰਜ਼ੀ ਦਇਆ ਕਰੀ ਜਾਵੇ, ਤੇ ਭਾਵੇਂ ਉਹ ਜਿੰਨਾ ਮਰਜ਼ੀ ਕਿਸੇ ਨੂੰ ਦਾਨ ਜਿਹੜਾ ਦੇਈ ਜਾਵੇ, ਤੇ ਸਤਿਗੁਰੂ ਦਾ ਫਲ ਕੀ ਮਿਲਦਾ ਹੈ? ਤੇ ਸਤਿਗੁਰੂ ਅਗਲੀ ਪੰਕਤੀ 'ਚ ਕਹਿੰਦੇ ਆ, ਜੇ ਕੋ ਪਾਵੈ ਤਿਲ ਕਾ ਮਾਨ। ਉਸ ਮਨੁੱਖ ਨੂੰ ਮਾਣ ਸਿਰਫ ਤੇ ਸਿਰਫ ਵਡਿਆਈ ਕਿੰਨੀ ਕੁ ਮਿਲ ਸਕਦੀ ਹੈ? ਤਿਲ ਜਿੰਨੀ ਵਡਿਆਈ। ਦੇਖੋ ਕਿੰਨੇ ਵੱਡੇ ਕਰਮ ਆ ਤੀਰਥ ਤੇ ਨਹਾਉਣਾ। ਲੋਕੀ 68 ਤੀਰਥਾਂ ਦੇ ਲਈ ਨਾ ਪੈਸੇ ਇਕੱਠੇ ਕਰਦੇ ਆ ਕਿ ਅਸੀਂ ਤੀਰਥ ਯਾਤਰਾ ਤੇ ਜਾਣਾ। ਪੈਸੇ ਇਕੱਠੇ ਕਰਕੇ ਫਿਰ ਤੀਰਥਾਂ ਤੇ ਆਪਣੀ ਮਿਹਨਤ ਦੇ ਨਾਲ ਕਮਾਈ ਇਕੱਠੀ ਕਰਕੇ ਫਿਰ ਤੀਰਥਾਂ ਤੇ ਜਾਂਦੇ ਆ। ਫਿਰ ਉਸ ਤੋਂ ਬਾਅਦ ਕਈ ਤਪ ਕਰਦੇ ਆ। ਤਪ ਕਰਨਾ ਕਿੰਨਾ ਔਖਾ ਹੁੰਦਾ ਹੈ। ਤਪ ਕਰਨ ਵਾਲੇ ਲੋਕ ਜੰਗਲਾਂ 'ਚ ਜਾ ਕੇ ਤਪ ਕਰਦੇ ਆ। ਕੋਈ ਪਾਣੀ 'ਚ ਖੜਾ ਹੋ ਕੇ ਤਪ ਕਰਦਾ ਹੈ, ਕੋਈ ਪੁੱਠੇ ਲਟਕ ਕੇ ਤਪ ਕਰਦਾ ਹੈ। ਕਿੰਨੇ ਕਾਰਜ ਕਰਦਾ, ਕਿੰਨਾ ਔਖਾ ਕਾਰਜ ਹੈ ਜੀ। ਤੇ ਫਿਰ ਕਈ ਦਇਆ ਕਰਦੇ ਆ। ਹੁਣ ਇੱਥੇ ਸਤਿਗੁਰਾਂ ਨੇ ਨਾ ਇਹ ਸ਼ਬਦ ਜਿਹੜੀ ਦਇਆ ਵਰਤਿਆ ਹੈ, ਇਹ ਉਹਨਾਂ ਮਨੁੱਖਾਂ ਵਾਸਤੇ ਵੀ ਹੈ ਜਿਹੜੇ ਕਹਿੰਦੇ ਕਿ ਸਾਨੂੰ ਜੀਵ ਹੱਤਿਆ ਦੇ ਨਾਲ ਪਾਪ ਲੱਗ ਜਾਵੇਗਾ। ਇਹਨਾਂ ਦੇ ਵਿੱਚ ਖਾਸ ਕਰਕੇ ਜਿਹੜੇ ਆ ਉਹ ਆ ਜਾਂਦੇ ਆ ਸਰੇਵੜੇ ਤੋਂ ਭਾਵ ਜਿਹੜੇ ਮਹਾਵੀਰ ਜੈਨ ਨੂੰ ਮੰਨਣ ਵਾਲੇ ਆ ਨਾ, ਉਹ ਆ ਜਾਂਦੇ ਇਹਨਾਂ ਦੇ ਵਿੱਚ। ਉਹ ਅਸਲ ਦੇ ਵਿੱਚ ਉਹ ਪ੍ਰਸ਼ਾਦਾ ਪਾਣੀ ਵੀ ਕਿਸੇ ਨੂੰ ਜੂਠਾ ਕਰਾ ਕੇ ਫਿਰ ਛਕਦੇ ਆ। ਉਹ ਕਹਿੰਦੇ ਜਿਹੜਾ ਪ੍ਰਸ਼ਾਦਾ ਪਾਣੀ ਛਕਣਾ ਹੈ ਨਾ, ਇਹਦੇ ਵਿੱਚ ਵੀ ਜੀਵ ਹੁੰਦੇ ਆ, ਤੇ ਜਦੋਂ ਕਿਸੇ ਨੂੰ ਛਕਾ ਦਈਏ ਫਿਰ ਉਹ ਜਿਹੜੀ ਜੀਵ ਹੱਤਿਆ ਉਹਨੂੰ ਲੱਗ ਜਾਂਦੀ ਹੈ, ਤੇ ਅਸੀਂ ਬਾਅਦ ਵਿੱਚ ਛਕ ਲੈਂਦੇ ਹਾਂ ਤਾਂ ਕਿ ਸਾਨੂੰ ਜੀਵ ਹੱਤਿਆ ਨਾ ਲੱਗੇ। ਅਜਿਹੇ ਮਨੁੱਖ ਵੀ ਦੇਖੋ ਕਿੰਨਾ ਕਠਿਨ ਕਾਰਜ ਹੈ ਕਿ ਪਹਿਲੋਂ ਪ੍ਰਸ਼ਾਦਾ ਜਿਹੜਾ ਕਿਸੇ ਨੂੰ ਝੂਠਾ ਕਿਸੇ ਦਾ ਛਕਣਾ, ਭਾਵ ਕਿ ਜੀਵ ਹੱਤਿਆ ਨਾ ਕਰਨੀ। ਭਾਵੇਂ ਕਿ ਅਸੀਂ ਹਰ ਕਾਰਜ ਦੇ ਵਿੱਚ ਅਸਲ 'ਚ ਸਤਿਗੁਰਾਂ ਨੇ ਕਿਹਾ ਪਹਿਲਾ ਪਾਣੀ ਜੀਵ ਹੈ ਜੇ ਧਰਿਆ ਸਭ ਸੋਏ, ਉਹ ਵੀ ਜੀਵ ਹੱਤਿਆ ਹੁੰਦੀ ਹੈ। ਤੇ ਇਸ ਕਰਕੇ ਕਈ ਲੋਕ ਤੇ ਸਤਿਗੁਰਾਂ ਨੇ ਇਹ ਗੱਲ ਤੋਂ ਵਰਜਿਤ ਕੀਤਾ ਹੈ ਕਿ ਇਹ ਛੋਟੀਆਂ ਗੱਲਾਂ ਦੇ ਪਿੱਛੇ ਜਿਹੜੀ ਹੈ ਜੀਵ ਹੱਤਿਆ ਨੂੰ ਨਹੀਂ ਲੈ ਕੇ ਆਉਣਾ। ਤੀਰਥਾਂ ਦੇ ਉੱਤੇ ਜਾਣਾ ਵੀ ਦੇਖੋ ਕਿੰਨਾ ਕਠਿਨ ਆ, ਤੇ ਫਿਰ ਤਪ ਕਰਨੇ ਵੀ ਕਿੰਨੇ ਕਠਿਨ ਆ, ਫਿਰ ਦਇਆ ਕਰਨੀ ਜੀਵਾਂ ਉੱਤੇ ਵੀ, ਫਿਰ ਉਸ ਤੋਂ ਬਾਅਦ ਦਾਨ ਦੇਣਾ। ਲੋਕ ਦਾਨ ਭਾਵ ਆਪ ਜਿਹੜਾ ਦਾਨ ਕਰਦੇ ਆ, ਕਿਸੇ ਨੂੰ ਕੁਛ ਦੇ ਦਿੱਤਾ, ਕਿਸੇ ਨੂੰ ਕੁਛ ਲੈ ਕੇ ਦੇ ਦਿੱਤਾ, ਧਨ ਪਦਾਰਥ ਦੇ ਦਿੱਤਾ, ਇਹ ਦਾਨ ਕਰਦੇ ਆ ਲੋਕ। ਇਹ ਵੀ ਕਠਿਨ ਘਾਲਣਾ, ਮਾਇਆ ਹੋਏਗੀ ਤੇ ਬੰਦਾ ਦਾਨ ਕਰ ਸਕਦਾ ਨਾ। ਤੇ ਸਤਿਗੁਰ ਕਹਿੰਦੇ ਦੇਖੋ ਕਿੰਨੇ ਕਠਿਨ ਕਾਰਜ ਆ, ਪਰ ਇਹਦਾ ਮਾਣ, ਇਹਦੀ ਵਡਿਆਈ ਕਿੰਨੀ ਕੁ ਮਿਲਦੀ ਹੈ? ਜੇ ਕੋ ਪਾਵੈ ਤਿਲ ਕਾ ਮਾਨ। ਜੇ ਕਿਸੇ ਨੂੰ ਮਿਲ ਵੀ ਜਾਵੇ ਤੇ ਇਹਦੀ ਤਿਲ ਜਿੰਨੀ ਵਡਿਆਈ ਮਿਲਦੀ ਹੈ ਬਸ। ਤਿਲ ਕਿੰਨਾ ਹੁੰਦਾ ਹੈ? ਬਿਲਕੁਲ ਨਿੱਕਾ ਜਿਹਾ ਤਿਲ ਹੁੰਦਾ ਹੈ। ਪੰਜਾਬ ਦੇ ਵਿੱਚ ਆਪ ਜੀ ਜੋ ਤਿਲਾਂ ਦੀ ਖੇਤੀ ਕਰਦੇ ਆ, ਉਹਨਾਂ ਨੂੰ ਪਤਾ ਹੋਏਗਾ ਤਿਲ ਜਿਵੇਂ ਰਿਓੜੀ ਦੇ ਉੱਪਰ ਨਿੱਕਾ ਜਿਹਾ ਤਿਲ ਲੱਗਾ ਹੁੰਦਾ ਹੈ। ਉਹ ਤਿਲ ਜਿੰਨਾ ਮਾਣ, ਜਿਹੜਾ ਤਿਲ ਜਿੰਨੀ ਵਡਿਆਈ ਉਸ ਮਨੁੱਖ ਨੂੰ ਪ੍ਰਾਪਤ ਹੋ ਸਕਦੀ, ਇਦੋਂ ਵੱਧ ਜਿਹੜੀ ਆ ਵਡਿਆਈ ਨਹੀਂ ਪ੍ਰਾਪਤ ਹੋ ਸਕਦੀ। ਭਾਵੇਂ ਉਹ ਜਿੰਨੇ ਮਰਜ਼ੀ ਤੀਰਥਾਂ ਤੇ ਇਸ਼ਨਾਨ ਕਰ ਲਵੇ, ਭਾਵੇਂ ਉਹ ਜਿੰਨੇ ਮਰਜ਼ੀ ਤਪ ਕਰ ਲਵੇ, ਭਾਵੇਂ ਜਿੰਨਾ ਮਰਜ਼ੀ ਜੀਵਾਂ ਤੇ ਦਇਆ ਕਰ ਲਵੇ, ਤੇ ਭਾਵੇਂ ਉਹ ਜਿੰਨਾ ਮਰਜ਼ੀ ਦਾਨ ਦੇ ਦੇਵੇ, ਪਰ ਉਹਨੂੰ ਪ੍ਰਾਪਤ ਕੀ ਹੋਏਗਾ? ਇੱਕ ਤਿਲ ਜਿੰਨੀ ਵਡਿਆਈ ਪ੍ਰਾਪਤ ਹੋਏ। ਜੇ ਕੋ ਪਾਵੈ ਤਿਲ ਕਾ ਮਾਨ। ਸੁਣਿਆ, ਮੰਨਿਆ, ਮਨ ਕੀਤਾ ਭਾਉ। ਹੁਣ ਸਤਿਗੁਰਾਂ ਨੇ ਉੱਪਰ ਗੱਲ ਕੀਤੀ ਸੀ ਸੁਣਨ ਦੀ ਤੇ ਮੰਨਣ ਦੀ, ਤੇ ਹੁਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਨ੍ਹਾਂ ਨੇ ਸੁਣਿਆ, ਜਿਨ੍ਹਾਂ ਨੇ ਮੰਨਿਆ, ਤੇ ਫਿਰ ਮਨ ਕੀਤਾ ਭਾਉ। ਭਾਉ ਦਾ ਅਰਥ ਹੁੰਦਾ ਪਿਆਰ। ਜਿਨ੍ਹਾਂ ਨੇ ਸੁਣਿਆ ਪਰਮਾਤਮਾ ਦਾ ਨਾਮ,
ਸੁਣਨ ਤੋਂ ਬਾਅਦ परमात्मा ਦੇ ਨਾਮ ਦਾ ਮੰਨਣ ਕੀਤਾ, ਮੰਨਿਆ ਕਿ ਹਾਂ ਉਹ ਹੈ, ਸਾਡੇ ਅੰਗ ਸੰਗ ਹੈ। ਮੰਨਣ ਕੀਤਾ, ਮੰਨਿਆ। ਫਿਰ ਉਸ ਤੋਂ ਬਾਅਦ ਉਹਦੇ ਨਾਲ ਪਿਆਰ ਜਿਨ੍ਹਾਂ ਦਾ ਲੱਗ ਗਿਆ, ਜਿਨ੍ਹਾਂ ਦੇ ਮਨ 'ਚ ਭਾਵ ਆ ਗਿਆ, ਜਿਨ੍ਹਾਂ ਨੇ ਇਹ ਜਾਣ ਲਿਆ ਕਿ ਉਹ ਸਾਡਾ ਸੱਚਾ ਸਾਥੀ ਹੈ, ਉਹ ਸਾਨੂੰ ਕਿਤੇ ਵੀ ਛੱਡਣ ਵਾਲਾ ਨਹੀਂ ਹੈ, ਜਿਨ੍ਹਾਂ ਨੇ ਪ੍ਰਮਾਤਮਾ ਦੇ ਨਾਲ ਪਿਆਰ ਪਾ ਲਿਆ, ਸੁਣਿਆ, ਮੰਨਿਆ, ਮੰਨ ਕੇ ਫਿਰ ਮਨ ਕੀਤਾ ਭਾਓ। ਜਿਨ੍ਹਾਂ ਨੇ ਮਨ ਦੇ ਵਿੱਚ ਪ੍ਰਮਾਤਮਾ ਦੇ ਨਾਲ ਪਿਆਰ ਪਾ ਲਿਆ, ਅੰਤਰਗਤ ਤੀਰਥ ਮਲ ਨਹਾਓ। ਇੱਥੇ ਨਹਾਓ ਸ਼ਬਦ ਪੜ੍ਹਨਾ, ਨਾਓ ਨਹੀਂ ਪੜ੍ਹਨਾ। ਅੰਤਰਗਤ, ਅੰਤਰਗਤ ਭਾਵ ਅੰਦਰ, ਆਪਣੇ ਅੰਦਰ ਹੀ। ਅੰਤਰਗਤ ਤੀਰਥ ਮਲ ਨਹਾਓ, ਮਲ, ਮਲ ਨਹੀਂ ਪੜ੍ਹਨਾ, ਮਲ ਪੜ੍ਹਨਾ। ਅੰਤਰਗਤ ਤੀਰਥ ਮਲ ਨਹਾਓ ਭਾਵ ਉਹਨਾਂ ਮਨੁੱਖਾਂ ਨੇ ਆਪਣੇ ਹਿਰਦੇ ਦੇ ਵਿੱਚ ਹੀ ਜੋ ਤੀਰਥ ਹੈ, ਆਪਣੇ ਮਨ ਨੂੰ ਸਾਫ਼ ਕਰ ਲਿਆ ਤੇ ਉਸ ਸਾਫ਼ ਮਨ ਦੇ ਵਿੱਚ ਇਸ਼ਨਾਨ ਕੀਤਾ। ਜਿਵੇਂ ਸਤਿਗੁਰਾਂ ਨੇ ਕੱਲ੍ਹ ਵਾਲੀ ਪੌੜੀ 20ਵੀਂ ਪੌੜੀ 'ਚ ਦੱਸਿਆ ਸੀ ਕਿ ਸਾਡਾ ਜਿਹੜਾ ਸਰੀਰ ਆ ਗੰਦਾ ਹੋ ਜਾਵੇ, ਕੱਪੜਾ ਗੰਦਾ ਹੋ ਜਾਵੇ, ਉਹ ਸਾਬਣ ਦੇ ਨਾਲ ਜਾਂ ਪਾਣੀ ਦੇ ਨਾਲ ਧੁੱਪ ਸਕਦਾ, ਪਰ ਸਾਡਾ ਮਨ ਜਿਹੜਾ ਆ ਉਹ ਪ੍ਰਮਾਤਮਾ ਦੇ ਰੰਗ ਦੇ ਨਾਲ ਹੀ, ਪ੍ਰਮਾਤਮਾ ਦੇ ਨਾਮ ਦੇ ਰੰਗ ਦੇ ਨਾਲ ਹੀ ਜਿਹੜਾ ਉਹ ਧੁੱਪਦਾ ਹੈ। ਤੇ ਹੁਣ ਸਤਿਗੁਰੂ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ, ਜਿਨ੍ਹਾਂ ਨੇ ਮਨ ਦੇ ਵਿੱਚ ਭਾਵ ਲਾ ਲਿਆ ਨਾਮ ਦੇ ਨਾਲ, ਪਿਆਰ ਪਾ ਲਿਆ ਨਾਮ ਦੇ ਨਾਲ, ਉਹਨਾਂ ਨੇ ਆਪਣਾ ਅੰਦਰ ਧੋ ਲਿਆ। ਅੰਤਰਗਤ ਤੀਰਥ ਮਲ ਨਹਾਓ, ਉਹਨਾਂ ਨੇ ਆਪਣਾ ਮਨ ਸਾਫ਼ ਕਰ ਲਿਆ, ਮਨ ਦਾ ਇਸ਼ਨਾਨ ਕਰ ਲਿਆ। ਆਪਣੇ ਅੰਦਰ ਇੱਕ ਤੀਰਥ ਹੈ, ਕਿਉਂਕਿ ਇਹ ਜਿਹੜਾ ਸਰੀਰ ਪ੍ਰਮਾਤਮਾ ਨੇ ਸਾਨੂੰ ਦਿੱਤਾ ਹੈ ਨਾ, ਇਹਦੇ ਵਿੱਚ ਵੀ ਪ੍ਰਮਾਤਮਾ ਨੇ ਇੱਕ ਤੀਰਥ ਰੱਖਿਆ। ਇਹ ਸਰੀਰ ਸਾਡਾ ਇੱਕ ਤੀਰਥ ਦੀ ਤਰ੍ਹਾਂ, ਇਹਦੇ ਅੰਤਰਗਤ ਅੰਦਰ ਜਾ ਕੇ ਅਸੀਂ ਨਹਾਉਣਾ ਹੈ, ਅੰਦਰ ਜਾ ਕੇ ਇਸ਼ਨਾਨ ਕਰਨਾ ਹੈ, ਨਾ ਕਿ ਬਾਹਰਲੇ ਤੀਰਥਾਂ ਤੇ ਇਸ਼ਨਾਨ ਕਰਨਾ ਹੈ। ਅੰਤਰਗਤ ਤੀਰਥ ਮਲ ਨਹਾਓ। ਜਿਨ੍ਹਾਂ ਨੇ ਫਿਰ ਨਹਾਤਾ, ਜਿਹੜੇ ਨਹਾ ਲਿਆ, ਉਹ ਫਿਰ ਸਤਿਗੁਰਾਂ ਦੇ ਆਪਣੇ ਹੋ ਗਏ। ਸੁਣਿਆ, ਮੰਨਿਆ, ਮਨ ਕੀਤਾ ਭਾਓ, ਅੰਤਰਗਤ ਤੀਰਥ ਮਲ ਨਹਾਓ। ਜਿਨ੍ਹਾਂ ਨੇ ਸੁਣ ਲਿਆ ਨਾਮ ਨੂੰ, ਜਿਨ੍ਹਾਂ ਨੇ ਮੰਨ ਲਿਆ, ਜਿਨ੍ਹਾਂ ਪ੍ਰਮਾਤਮਾ ਦੇ ਨਾਲ ਪ੍ਰੇਮ ਪਾਲਿਆ, ਉਹ ਇਸ ਤਰ੍ਹਾਂ ਜਾਣੋ ਜਿਵੇਂ ਉਹਨਾਂ ਨੇ ਆਪਣੇ ਅੰਦਰ ਤੀਰਥ ਦੇ ਵਿੱਚ ਇਸ਼ਨਾਨ ਕਰ ਲਿਆ ਹੋਵੇ ਤੇ ਜਿਹੜੇ ਪਵਿੱਤਰ ਹੋ ਗਏ ਹੋਣ, ਜਿਨ੍ਹਾਂ ਦਾ ਜੀਵਨ ਪਵਿੱਤਰ ਹੋ ਗਿਆ ਹੋਵੇ, ਮਲ ਮਲ ਕੇ ਆਪਣੇ ਆਪ ਨੂੰ, ਜਿਨ੍ਹਾਂ ਨੇ ਆਪਣੀ ਵਿਕਾਰਾਂ ਦੀ ਮੈਲ, ਮਨ ਦੀ ਵਿਕਾਰਾਂ ਦੀ ਮੈਲ ਜਿਹੜੀ ਉਹ ਲਾ ਲਈ ਹੋਵੇ। ਸਭ ਗੁਣ ਤੇਰੇ ਮੈਂ ਨਾਹੀਂ ਹੋਏ। ਇਹ ਪ੍ਰਮਾਤਮਾ ਜੀ, ਸਾਰੇ ਗੁਣ ਤੇਰੇ ਹਨ। ਜਾਂ ਕਹਿ ਲਓ ਕਿ ਜਿਨ੍ਹਾਂ ਨੇ ਆਪਣੇ ਮਨ ਦੇ ਵਿੱਚ ਇਸ਼ਨਾਨ ਕਰ ਲਿਆ, ਉਹਨਾਂ ਨੇ ਕਹਿ ਦਿੱਤਾ ਕਿ ਹੇ ਵਾਹਿਗੁਰੂ ਜੀ, ਇਹ ਅਸੀਂ ਆਪ ਨਹੀਂ ਨਾਤੇ, ਇਹ ਆਪ ਜੀ ਦੀ ਕਿਰਪਾ ਨਾਲ। ਸਭ ਗੁਣ ਤੇਰੇ ਮੈਂ ਨਾਹੀਂ ਕੋਏ। ਤੇਰਿਆਂ ਗੁਣਾਂ ਦੀ ਕੀ ਗੱਲ ਕਹਿ ਸਕਦੇ ਹਾਂ ਕਿ ਸਾਰੇ ਗੁਣ ਤੇਰੇ ਹੀ ਸਾਨੂੰ ਦਿੱਤੇ ਹੋਏ ਆ। ਤੂੰ ਹੀ ਸਾਨੂੰ ਪਿਆਰ ਲਾਇਆ, ਤੂੰ ਹੀ ਸਾਨੂੰ ਮੰਨਣ ਦੀ ਬਖਸ਼ਿਸ਼ ਕੀਤੀ, ਤੂੰ ਹੀ ਸਾਨੂੰ ਸੁਣਨ ਦੀ ਬਖਸ਼ਿਸ਼ ਕੀਤੀ ਤੇ ਤੂੰ ਹੀ ਸਾਨੂੰ ਜਿਹੜੇ ਆ ਗੁਣ ਜਿਹੜੇ ਉਹ ਦਿੱਤੇ। ਸਭ ਗੁਣ ਤੇਰੇ ਮੈਂ ਨਾਹੀਂ ਕੋਈ। ਉਹਨਾਂ ਨੇ ਇਹ ਕਹਿ ਦਿੱਤਾ ਕਿ ਪ੍ਰਮਾਤਮਾ ਸਾਰੇ ਗੁਣ ਤੇਰੇ ਹੀ ਆ, ਸਾਡੇ ਵਿੱਚ ਸਾਡਾ ਆਪਾ ਕੁਝ ਵੀ ਨਹੀਂ ਹੈ। ਜਿਨ੍ਹਾਂ ਨੇ ਸੁਣਿਆ, ਮੰਨਿਆ, ਮਨ ਕੀਤਾ ਭਾਉ, ਜਿਨ੍ਹਾਂ ਨੇ ਪ੍ਰਮਾਤਮਾ ਨਾਲ ਪਿਆਰ ਪਾਇਆ, ਉਹਨਾਂ ਨੇ ਪ੍ਰਮਾਤਮਾ ਨੂੰ ਕਹਿ ਦਿੱਤਾ ਕਿ ਇਹ ਸਾਰਾ ਕੁਝ ਅਸੀਂ ਆਪਣੇ ਜ਼ੋਰ ਦੇ ਨਾਲ ਪ੍ਰਾਪਤ ਨਹੀਂ ਕੀਤਾ। ਸਭ ਗੁਣ ਤੇਰੇ ਮੈਂ ਨਾਹੀਂ ਕੋਏ। ਵਾਹਿਗੁਰੂ ਜੀ, ਸਾਰੇ ਗੁਣ ਆਪ ਜੀ ਦੇ ਹਨ, ਆਪ ਜੀ ਨੇ ਸਾਨੂੰ ਗੁਣ ਬਖਸ਼ਿਸ਼ ਕੀਤੇ ਹਨ। ਸਭ ਗੁਣ ਤੇਰੇ ਮੈਂ ਨਾਹੀਂ ਕੋਏ, ਬਿਨ ਗੁਣ ਕੀਤੇ ਭਗਤ ਨਾ ਹੋਏ। ਬਿਨਾਂ ਗੁਣਾਂ ਤੋਂ ਜਿਹੜੀ ਆ ਭਗਤੀ ਦੀ ਪ੍ਰਾਪਤੀ ਨਹੀਂ ਹੁੰਦੀ। ਬਿਨ ਗੁਣ ਕੀਤੇ ਭਗਤ ਨਾ ਹੋਏ। ਭਗਤ ਦੇ ਤੱਤੇ ਨੂੰ ਸਿਹਾਰੀ ਹੈ, ਇਹਦਾ ਭਾਵ ਹੁੰਦਾ ਭਗਤੀ। ਬਿਨਾਂ ਭਗਤੀ, ਬਿਨਾਂ ਗੁਣ ਧਾਰਨ ਕੀਤੇ ਤੋਂ ਪਰਮਾਤਮਾ ਦੀ ਭਗਤੀ ਜਿਹੜੀ ਉਹ ਨਹੀਂ ਹੋ ਸਕਦੀ। ਜਿਸ ਮਨੁੱਖ ਦੇ ਕੋਲ ਗੁਣ ਨਹੀਂ ਹਨ, ਉਹ ਪਰਮਾਤਮਾ ਦੀ ਭਗਤੀ ਨਹੀਂ ਕਰ ਸਕਦਾ, ਕਿਉਂਕਿ ਸਾਡਾ ਅੰਦਰਲਾ ਭਾਂਡਾ ਜਿਹੜਾ ਸਵੱਛ ਹੋਵੇਗਾ, ਫਿਰ ਹੀ ਅਸੀਂ ਉਹਦੇ ਵਿੱਚ ਪਰਮਾਤਮਾ ਦਾ ਨਾਮ ਪਾਵਾਂਗੇ। ਜੇ ਅੰਦਰਲਾ ਭਾਂਡਾ ਹੀ ਮਲੀਨ ਹੈ, ਭਾਂਡਾ ਆਤਮ ਮਲੀਨ ਧੋਤੇ ਅੱਛਾ ਨਾ ਹੋਏ, ਜੇ ਅੰਦਰਲਾ ਭਾਂਡਾ ਹੀ ਸਾਡਾ ਮਲੀਨ ਹੈ ਤੇ ਅਸੀਂ ਕਿਵੇਂ ਉਹਦੇ ਵਿੱਚ ਪਰਮਾਤਮਾ ਦਾ ਨਾਮ ਜਿਹੜਾ ਪਵਿੱਤਰ ਹੈ ਉਹਨੂੰ ਪਾ ਸਕਾਂਗੇ। ਇਸ ਕਰਕੇ ਗੁਣਾਂ ਦੇ ਨਾਲ ਹੀ ਅੰਦਰ ਪਵਿੱਤਰ ਹੁੰਦਾ ਹੈ। ਬਿਨ ਗੁਣ ਕੀਤੇ ਭਗਤ ਨਾ ਹੋਏ। ਬਿਨਾਂ ਗੁਣਾਂ ਤੋਂ ਜਿਹੜੀ ਭਗਤੀ ਉਹ ਨਹੀਂ ਹੋ ਸਕਦੀ। ਜਿਵੇਂ ਉਸ ਦਿਨ ਆਪ ਜੀ ਨੂੰ ਦੱਸਿਆ ਸੀ ਕਿ ਅਸੀਂ ਸੰਸਾਰ ਦੇ ਉੱਤੇ ਗੁਣ ਜਿਹੜੇ ਆ ਉਹ ਇਕੱਠੇ ਕਰਨ ਵਾਸਤੇ ਆਏ। ਗੁਣਾਂ ਕਾ ਹੋਵੇ ਵਾਸਲਾ ਕੱਢ ਵਾਸ ਲਈਜੈ, ਜੇ ਗੁਣ ਹੋਵਣ ਸਾਜਨਾ ਮਿਲ ਸਾਂਝ ਕਰੀਜੈ। ਸਾਂਝ ਕਰੀਜੈ ਗੁਣਾ ਕੇਰੀ ਛੋੜ, ਅਵਗਣ ਚਲੀਐ ਜਿੱਥੇ ਜਾਏ ਬਹੀਐ। ਭਲਾ ਕਹੀਐ ਝੋਲ ਅੰਮ੍ਰਿਤ ਪੀਜੈ, ਗੁਣਾ ਕਾ ਹੋਵੇ ਵਾਸਲਾ ਕੱਢ ਵਾਸ ਲਈਜੈ। ਭਾਵ ਗੁਣ ਗ੍ਰਹਿਣ ਕਰਨ ਵਾਸਤੇ, ਗੁਣਾਂ ਦੀ ਸਾਂਝ ਕਰਨ ਵਾਸਤੇ, ਪਰਮਾਤਮਾ ਦੇ ਗੁਣ ਗਾਉਣ ਵਾਸਤੇ ਸੰਸਾਰ ਦੇ ਉੱਤੇ ਅਸੀਂ ਆਏ ਹਾਂ। ਸੋ ਸਤਿਗੁਰਾਂ ਨੇ ਬਖਸ਼ਿਸ਼ ਕੀਤੀ, ਬਿਨ ਗੁਣ ਕੀਤੇ ਭਗਤ ਨਾ ਹੋਏ।
ਭਗਤੀ ਜਿਹੜੀ ਹੈ ਪ੍ਰੇਮਾ ਭਗਤੀ ਦੀ ਦਾਤ ਪਰਮਾਤਮਾ ਉਹਦੀ ਝੋਲੀ ਵਿੱਚ ਪਾਉਂਦਾ ਹੈ ਜਿਹੜਾ ਗੁਣਾਂ ਨੂੰ ਵਿਹਾਂਚਦਾ ਹੈ, ਜਿਹੜਾ ਗੁਣ ਪ੍ਰਾਪਤ ਕਰਦਾ ਹੈ। ਕਹਿੰਦੇ ਕਿ ਇੱਕ ਵਾਰੀ ਭਗਤ ਰਵਿਦਾਸ ਜੀ ਕੋਲ ਇੱਕ ਔਰਤ ਆਈ, ਉਹਨੇ ਕਿਹਾ ਜੀ ਮੇਰਾ ਜਿਹੜਾ ਹੈ ਨਾ ਪਰਮਾਤਮਾ ਮੈਨੂੰ ਯਾਦ ਨਹੀਂ ਆਉਂਦਾ, ਮੇਰੇ ਹਿਰਦੇ 'ਚ ਪਰਮਾਤਮਾ ਦਾ ਨਾਂ ਨਹੀਂ ਟਿਕਦਾ। ਤੇ ਭਗਤ ਰਵਿਦਾਸ ਜੀ ਨੇ, ਕਿਉਂਕਿ ਚਮੜੇ ਦਾ ਕੰਮ ਕਰਦੇ ਸਨ, ਤੇ ਉਹਨਾਂ ਦੇ ਕੋਲ ਇੱਕ ਦੌਰਾ ਸੀ, ਵੱਡਾ ਸਾਰਾ ਭਾਂਡਾ ਕਹਿ ਲਓ, ਉਹਦੇ ਵਿੱਚ ਚਮੜਾ ਭਿਉਂ ਕੇ ਰੱਖਿਆ। ਤੇ ਉਹਨਾਂ ਨੇ ਕਿਹਾ ਕਿ ਬੇਟੀ ਇੰਝ ਕਰ ਵੀ ਉਹ ਜਿਹੜਾ ਸਾਹਮਣੇ ਜਿਹਦੇ ਵਿੱਚ ਚਮੜਾ ਭਿੱਜਾ ਹੋਇਆ ਨਾ, ਉਹਦੇ ਵਿੱਚ ਦੁੱਧ ਪਾ ਦੇ। ਤੇ ਉਹਨੇ ਕਿਹਾ ਜੀ ਭਗਤ ਜੀ ਇਹ ਕਿਵੇਂ ਹੋ ਸਕਦਾ, ਉਹਦੇ ਵਿੱਚ ਦੇਖੋ ਗੰਦਾ ਚਮੜਾ ਪਿਆ, ਉਹਦੇ ਵਿੱਚ ਮੈਂ ਦੁੱਧ ਕਿਵੇਂ ਪਾ ਦਾਂ। ਤੇ ਭਗਤ ਜੀ ਨੇ ਇਹ ਗੱਲ ਕਹੀ ਕਿ ਜਿੰਨਾ ਚਿਰ ਤੁਹਾਡਾ ਹਿਰਦਾ ਗੰਦਾ ਹੈ ਤੇ ਉਹਦੇ ਵਿੱਚ ਪਰਮਾਤਮਾ ਦਾ ਦੁੱਧ ਵਰਗਾ ਨਿਰਮਲ ਨਾਮ ਕਿਵੇਂ ਪੈ ਸਕਦਾ, ਨਹੀਂ ਪੈ ਸਕਦਾ। ਇਸ ਕਰਕੇ ਬਿਨਾਂ ਗੁਣਾਂ ਤੋਂ ਭਗਤੀ ਨਹੀਂ ਹੋ ਸਕਦੀ। ਜਿੰਨਾ ਚਿਰ ਹਿਰਦੇ ਵਿੱਚ ਗੁਣ ਨਹੀਂ ਹੈ ਪ੍ਰਮਾਤਮਾ ਦੇ, ਜਿੰਨਾ ਚਿਰ ਅਸੀਂ ਗੁਣ ਗਾਵਾਂਗੇ ਨਹੀਂ, ਫਿਰ ਭਗਤੀ ਨਹੀਂ ਨਾ ਹੋ ਸਕਦੀ। ਪਰਮਾਤਮਾ ਦੇ ਗੁਣ ਜਿਹੜੇ ਆ ਉਹ ਗਾਉਣ ਵਾਸਤੇ ਸਾਨੂੰ ਸਿੱਖਣਾ ਪਏਗਾ, ਉਹ ਸਿੱਖਣ ਵਾਸਤੇ ਸਾਨੂੰ ਸਤ ਸੰਗਤ ਜਿਹੜੀ ਆ ਉਹ ਕਰਨੀ ਪਏਗੀ। ਵਿਣ ਗੁਣ ਕੀਤੇ ਭਗਤ ਨਾ ਹੋਏ। ਬਿਨਾਂ ਗੁਣਾਂ ਤੋਂ ਪਰਮਾਤਮਾ ਦੀ ਜਿਹੜੀ ਭਗਤੀ ਹੈ ਉਹ ਨਹੀਂ ਹੋ ਸਕਦੀ। ਸਵਸਥ ਆਥ ਬਾਣੀ ਬਰਮਾਓ। ਸਵਸਥ ਪਰਮਾਤਮਾ ਜੀ ਆਪ ਜੀ ਦੀ ਜੈ ਹੋਵੇ। ਸਵਸਥ, ਸਵਸਥ ਦਾ ਅਰਥ ਹੁੰਦਾ ਹੈ ਜਿਵੇਂ ਤਥਾਸਤੂ ਕਹਿ ਦਿੰਦੇ ਆ, ਸਵਸਥ। ਸਵਸਥ ਆਥ ਬਾਣੀ ਬਰਮਾਓ। ਤੂੰ ਸਦਾ ਅਟਲ ਹੈ, ਤੂੰ ਸਦਾ ਹੀ, ਤੇਰੀ ਜੈ ਹੋਵੇ ਹੈ ਅਕਾਲ ਪੁਰਖ ਜੀ। ਤੇਰੀ ਬਾਣੀ ਬਰਮਾਓ, ਤੇਰੀ ਬਾਣੀ ਤੇ ਤੇਰਾ ਬਰਮਾਓ ਭਾਵ ਬ੍ਰਹਮਾ, ਤੂੰ ਸਾਰਾ ਕੁਛ ਆਪ ਹੀ ਹੈ। ਇਹ ਪ੍ਰਮਾਤਮਾ ਦੇ ਉੱਤੇ ਹੀ ਸਾਰੀ ਗੱਲ ਗੁਰੂ ਨਾਨਕ ਸਾਹਿਬ ਨੇ ਕਰ ਦਿੱਤੀ ਕਿ ਇਹ ਪ੍ਰਮਾਤਮਾ ਜੀ ਆਪ ਹੀ ਸਾਰੀ ਸ੍ਰਿਸ਼ਟੀ ਨੂੰ ਬਣਾਉਣ ਵਾਲੇ, ਸਾਜਣ ਵਾਲੇ, ਆਪ ਜੀ ਦੀ ਹੀ ਬਾਣੀ ਸਾਰੇ ਸੰਸਾਰ ਵਿੱਚ ਹੈ। ਬਾਣੀ ਰੂਪ ਵੀ ਆਪ ਹੀ ਹੋ ਤੇ ਮਾਇਆ ਨੂੰ ਬਣਾਉਣ ਵਾਲੇ ਵੀ ਆਪ ਹੀ ਹੋ ਤੇ ਬ੍ਰਹਮਾ ਵਾਂਗੂ ਸ੍ਰਿਸ਼ਟੀ ਸਾਜਣ ਵਾਲੇ ਵੀ ਤੁਸੀਂ ਆਪ ਹੀ ਹੋ। ਆਪ ਜੀ ਦੀ ਸਦਾ ਹੀ ਜੈ ਹੋਵੇ। ਸਵਸਥਾਤ ਬਾਣੀ ਬਰਮਾਓ। ਜਿਨ੍ਹਾਂ ਨੇ ਗੁਣਾਂ ਨੂੰ ਧਾਰਨ ਕਰ ਲਿਆ, ਉਹਨਾਂ ਨੇ ਇਹ ਜਾਣ ਲਿਆ ਕਿ ਸੰਸਾਰ ਦੇ ਹਰ ਕਾਰਜ ਦੇ ਵਿੱਚ ਉਹ ਅਕਾਲ ਪੁਰਖ ਆਪ ਵਿਰਾਜਮਾਨ ਹੈ। ਸਤ ਸੁਹਾਣ ਸਦਾ ਮਨ ਚਾਓ। ਸਤ ਸੁਹਾਣ, ਉਹ ਸਦਾ ਹੀ ਥਿਰ ਰਹਿਣ ਵਾਲਾ ਪਰਮਾਤਮਾ ਹੈ। ਸੁਹਾਣ ਤੋਂ ਭਾਵ ਬੜਾ ਸੋਹਣਾ ਹੈ। ਸਦਾ ਮਨ ਚਾਓ, ਉਹਦਾ ਜਿਹੜਾ ਹਿਰਦਾ ਹੈ, ਉਹਦਾ ਜਿਹੜਾ ਆਕਾਰ ਹੈ ਉਹ ਖਿੜਾਓ ਵਾਲਾ ਹੈ। ਉਹ ਸਦਾ ਹੀ ਖਿੜਿਆ ਰਹਿੰਦਾ ਹੈ। ਉਹ ਕਿਸੇ ਦੇ ਲਈ ਆਪਣੇ ਮਨ ਵਿੱਚ ਰੋਸ ਜਾਂ ਕਿਸੇ ਤਰ੍ਹਾਂ ਦਾ ਕੋਈ ਗੁੱਸਾ ਨਹੀਂ ਲੈ ਕੇ ਆਉਂਦਾ। ਉਹ ਸਦਾ ਹੀ ਖਿੜਿਆ ਰਹਿੰਦਾ ਹੈ। ਐਸਾ ਹੈ ਉਹ ਅਕਾਲ ਪੁਰਖ ਪਰਮਾਤਮਾ। ਪਰ ਪਤਾ ਕਿਹਨਾਂ ਨੂੰ ਲੱਗਾ? ਜਿਨ੍ਹਾਂ ਨੇ ਗੁਣ ਵਿਹਾਜੇ, ਜਿਨ੍ਹਾਂ ਨੇ ਭਗਤੀ ਕੀਤੀ, ਜਿਨ੍ਹਾਂ ਨੇ ਸੁਣਿਆ ਮੰਨਿਆ ਮਨ ਕੀਤਾ ਭਾਉ, ਜਿਨ੍ਹਾਂ ਨੇ ਪਿਆਰ ਪਾਇਆ, ਉਹਨਾਂ ਨੂੰ ਇਹ ਗੱਲ ਪਤਾ ਲੱਗੀ ਕਿ ਪਰਮਾਤਮਾ ਸਤ ਸੁਹਾਣ ਸਦਾ ਮਨ ਚਾਓ ਹੈ। ਕਵਨ ਸੁਵੇਲਾ ਵਖਤ ਕਵਨ, ਕਵਨ ਥਿਤ ਕਵਨ ਵਾਰ। ਨਾਲਾ ਸ਼ਬਦ ਹੈ ਕਵਨ ਪੜਨਾ, ਕਵਨ, ਕਵਨ ਨਹੀਂ ਪੜਨਾ, ਕਵਨ ਪੜਨਾ। ਕਵਨ ਸੁਵੇਲਾ ਵਖਤ ਕਵਨ, ਕਵਨ ਥਿਤ ਕਵਨ ਵਾਰ। ਕਵਨ ਸੁਵੇਲਾ, ਉਹ ਕਿਹੜਾ ਵੇਲਾ ਸੀ? ਅੰਮ੍ਰਿਤ ਵੇਲਾ ਸੀ, ਸਵੇਰ ਦਾ ਵੇਲਾ ਸੀ, ਦੁਪਹਿਰ ਦਾ ਵੇਲਾ ਸੀ ਜਾਂ ਸ਼ਾਮ ਦਾ ਵੇਲਾ ਸੀ? ਵਕਤ ਕਵਨ, ਉਹ ਸਮਾਂ ਕਿਹੜਾ ਸੀ? ਜਾਂ ਕਵਨ ਵੇਲਾ ਵਕਤ ਕਵਨ, ਕਵਨ ਥਿਤ, ਥਿਤ ਤੋਂ ਭਾਵ ਉਹ ਤਰੀਕ ਕਿਹੜੀ ਸੀ? ਕਵਨ ਵਾਰ, ਤੇ ਉਹ ਵਾਰ ਕਿਹੜਾ ਸੀ? ਸਤਿਗੁਰਾਂ ਨੇ ਇੱਥੇ ਪ੍ਰਸ਼ਨ ਜਿਹੜਾ ਉਹ ਪੈਦਾ ਕੀਤਾ ਹੈ ਕਿ ਕਵਨ ਸੁਵੇਲਾ, ਉਹ ਕਿਹੜਾ ਵੇਲਾ ਸੀ, ਉਹ ਕਿਹੜਾ ਸਮਾਂ ਸੀ, ਉਹ ਕਿਹੜੀ ਥਿਤ, ਕਿਹੜੀ ਤਰੀਕ ਸੀ, ਕਿਹੜਾ ਵਾਰ ਸੀ? ਕਵਨ ਸੇ ਰੁੱਤੀ ਮਾਹ ਕਵਨ, ਕਵਨ ਸੇ ਰੁੱਤੀ ਮਾਹ ਕਵਨ, ਉਹ ਕਿਹੜੀ ਰੁੱਤ ਤੇ ਉਹ ਕਿਹੜਾ ਮਹੀਨਾ ਸੀ? ਜਿਤ ਹੋਆ ਆਕਾਰ, ਜਿਸ ਵੇਲੇ ਅਕਾਲ ਪੁਰਖ ਪਰਮਾਤਮਾ ਨੇ ਇਹ ਸੰਸਾਰ ਬਣਾਇਆ। ਇਹ ਵੀ ਬੜਾ ਵੱਡਾ ਪ੍ਰਸ਼ਨ ਸੀ ਸੰਸਾਰ ਦੇ ਉੱਤੇ ਕਿ ਪਰਮਾਤਮਾ ਨੇ ਇਹ ਸੰਸਾਰ ਕਦੋਂ ਬਣਾਇਆ, ਕਿਵੇਂ ਬਣਾਇਆ। ਜਿਵੇਂ ਅੱਜ ਵੀ ਜਿਹੜੀ ਇਹ ਗੱਲ ਬੜੇ ਵੱਡੇ ਪੱਧਰ ਤੇ ਨਾਸਤਿਕ ਲੋਕ ਫੈਲਾਉਂਦੇ ਆ ਕਿ ਪਹਿਲੋਂ ਆਂਡਾ ਆਇਆ ਜਾਂ ਮੁਰਗੀ ਆਈ, ਹੈ ਨਾ। ਤੇ ਇਹੀ ਸਤਿਗੁਰਾਂ ਨੇ ਇੱਥੇ ਸਵਾਲ ਜਿਹੜਾ ਪੈਦਾ ਕਰਕੇ ਇਹ ਗੱਲ ਹੀ ਖਤਮ ਕਰ ਦਿੱਤੀ। ਸਾਰਾ ਕੁਝ ਹੀ ਪ੍ਰਮਾਤਮਾ ਦੇ ਉੱਤੇ ਛੱਡ ਦਿੱਤਾ ਕਿ ਸੰਸਾਰ ਦੇ ਲੋਕਾਂ ਨੂੰ ਇਹ ਗੱਲ ਕਹੀ ਕਿ ਤੁਸੀਂ ਇਹਨਾਂ ਗੱਲਾਂ ਵਿੱਚ ਉਲਝੋ ਨਾ। ਕਵਨ ਸੁਵੇਲਾ ਵਕਤ ਕਵਨ, ਕਵਨ ਥਿਤ ਕਵਨ ਵਾਰ, ਕਵਨ ਸੇ ਰੁੱਤੀ ਮਾਹ ਕਵਨ, ਜਿਤ ਹੁਆ
आकार ऐड़े नूं कन्ना ला के आकार कदों उस अकाल पुरख परमात्मा ने इस सृष्टि नूं साजिया, कदों ये सारा आकार होंद विच आया। वेल ना पाईया पंडिती जे होवै लेख पुराण। ते सतगुरु सच्चे पातशाह बख्शिश करदे आ कि ਜਿਹੜੇ ਪੰਡਤ ਲੋਕ ਹਨ ਉਹਨਾਂ ਨੇ ਵੀ ਨਹੀਂ ਇਹ ਜਾਣਿਆ ਕਿ ਇਹ ਸੰਸਾਰ ਬਣਿਆ ਕਦੋਂ। ਵੇਲ ਨਾ ਪਾਈਆ ਪੰਡਤੀ, ਉਹ ਵੇਲਾ ਉਹ ਸਮਾਂ ਪੰਡਤਾਂ ਨੂੰ ਵੀ ਨਹੀਂ ਪਤਾ ਲੱਗਾ। ਵੇਲ ਨਾ ਪਾਈਆ ਪੰਡਤੀ ਜੇ ਹੋਵੇ ਲੇਖ ਪੁਰਾਣ, ਜੇ ਉਹਨਾਂ ਨੂੰ ਪਤਾ ਹੁੰਦਾ ਤੇ ਉਹ ਇੱਕ ਪੁਰਾਣ ਹੋਰ ਲਿਖ ਦਿੰਦੇ। ਭਾਵ ਕਿ ਪੰਡਤਾਂ ਨੂੰ ਵੀ ਇਹ ਗੱਲ ਦਾ ਪਤਾ ਨਹੀਂ ਕਿ ਇਹ ਆਕਾਰ, ਇਹ ਸੰਸਾਰ ਕਿਵੇਂ ਬਣਿਆ, ਕਿਵੇਂ ਇਸ ਪ੍ਰਮਾਤਮਾ ਨੇ ਇਸ ਸੰਸਾਰ ਨੂੰ ਹੋਂਦ ਵਿੱਚ ਲਿਆਂਦਾ। ਇਹ ਸਾਡੀਆਂ ਆਪਸੀ ਬਹਿਸਾਂ ਤੋਂ ਸਤਿਗੁਰਾਂ ਨੇ ਵਰਜਿਤ ਕੀਤਾ ਕਿ ਤਾਂ ਪੰਡਤਾਂ ਨੂੰ ਵੀ ਨਹੀਂ ਪਤਾ ਲੱਗਾ। ਜੇ ਉਹਨਾਂ ਨੂੰ ਪਤਾ ਹੁੰਦਾ ਤੇ ਉਹ ਇੱਕ ਪੁਰਾਣ, ਜਿਵੇਂ 18 ਪੁਰਾਣ ਲਿਖੇ ਗਏ, ਉਹ ਇੱਕ ਪੁਰਾਣ ਇਹਦੇ ਉੱਤੇ ਵੀ ਲਿਖ ਦਿੰਦੇ। ਪਤਾ ਨਹੀਂ ਸੀ ਤੇ ਲਿਖਿਆ ਵੀ ਨਹੀਂ। ਵਕਤ ਨਾ ਪਾਇਓ ਕਾਦੀਆਂ ਜੇ ਲਿਖਣ ਲੇਖ ਪੁਰਾਣ। ਤੇ ਉਹ ਸਮਾਂ, ਉਹ ਵਕਤ ਜਿਹੜਾ ਕਾਦੀਆਂ ਭਾਵ ਕਾਜ਼ੀਆਂ ਨੂੰ ਨਹੀਂ ਪਤਾ ਸੀ। ਜੇ ਉਹਨਾਂ ਨੂੰ ਪਤਾ ਹੁੰਦਾ ਕਾਜ਼ੀਆਂ ਨੂੰ ਤੇ ਉਹ ਇੱਕ ਕੁਰਾਨ ਹੋਰ ਲਿਖ ਦਿੰਦੇ। ਜੇ ਲਿਖਣ ਲੇਖ ਕੁਰਾਨ, ਉਹ ਇੱਕ ਕੁਰਾਨ ਹੋਰ ਲਿਖ ਦਿੰਦੇ ਕਿ ਪ੍ਰਮਾਤਮਾ ਨੇ ਕਿਵੇਂ ਸ੍ਰਿਸ਼ਟੀ ਜਿਹੜੀ ਆ ਉਹ ਸਾਜੀ ਆ ਤੇ ਕਦੋਂ ਸਾਜੀ, ਕਿਹੜੇ ਵੇਲੇ ਸਾਜੀ ਆ, ਕਿਵੇਂ ਸਾਜੀ। ਜੇ ਉਹਨਾਂ ਨੂੰ ਪਤਾ ਹੁੰਦਾ ਤੇ ਇੱਕ ਕੁਰਾਨ ਹੋਰ ਲਿਖ ਦਿੰਦੇ। ਇੱਥੋਂ ਕਾਦੀਆਂ ਤੋਂ ਭਾਵ ਕਾਜ਼ੀਆਂ, ਜਿਹੜੇ ਕਾਜ਼ੀ ਲੋਕ ਜੋ ਮੁਸਲਮਾਨ ਧਰਮ ਦੇ ਵਿੱਚ ਹਨ, ਉਹਨਾਂ ਦੀ ਗੱਲ ਇੱਥੇ ਕੀਤੀ ਗਈ ਆ। ਉੱਪਰਲੇ ਵਿੱਚ ਪੁਰਾਣ ਦੀ ਗੱਲ ਕੀਤੀ ਗਈ, ਇਹਦੇ ਵਿੱਚ ਕੁਰਾਨ ਦੀ ਗੱਲ ਕੀਤੀ। ਭਾਵ ਸਤਿਗੁਰਾਂ ਨੇ ਜੋ ਹਿੰਦੁਸਤਾਨ ਦੇ ਧਰਮ ਵਾਲੇ ਹਨ, ਭਾਵ ਇੱਧਰਲੇ ਸਨਾਤਨੀ ਮਤ ਵਾਲੇ ਹਨ, ਉਹਨਾਂ ਦੀ ਵੀ ਗੱਲ ਸਤਿਗੁਰਾਂ ਨੇ ਵਿੱਚ ਲੈ ਆਂਦੀ ਕਿ ਉਹਨਾਂ ਨੂੰ ਨਹੀਂ ਪਤਾ ਕਿ ਕਦੋਂ ਪਰਮਾਤਮਾ ਨੇ ਸ੍ਰਿਸ਼ਟੀ ਨੂੰ ਸਾਜਿਆ। ਤੇ ਦੂਸਰਿਆਂ ਨੂੰ ਵੀ ਨਹੀਂ ਪਤਾ ਜੋ ਪੱਛਮੀ ਧਰਮ ਹਨ, ਭਾਵ ਜੋ ਇਸਲਾਮ ਧਰਮ ਹੈ, ਉਹਨਾਂ ਨੂੰ ਵੀ ਨਹੀਂ ਇਸ ਗੱਲ ਦਾ ਇਲਮ, ਉਹਨਾਂ ਨੂੰ ਵੀ ਇਸ ਗੱਲ ਦਾ ਨਹੀਂ ਪਤਾ ਕਿ ਪਰਮਾਤਮਾ ਨੇ ਕਦੋਂ ਇਸ ਸ੍ਰਿਸ਼ਟੀ ਨੂੰ ਸਾਜਿਆ। ਫਿਰ ਸਤਿਗੁਰਾਂ ਨੇ ਅੱਗੇ ਤੀਸਰੇ ਜਿਹੜਾ ਫਰੀਕਾ ਹੈ ਉਹਦੀ ਗੱਲ ਕੀਤੀ ਹੈ। ਚਿੱਤ ਵਾਰ ਨਾ ਜੋਗੀ ਜਾਣੈ ਰੁੱਤ ਮਾਹ ਨਾ ਕੋਈ। ਭਾਵ ਨਾ ਤੇ ਕੋਈ ਬ੍ਰਾਹਮਣ, ਨਾ ਕੋਈ ਕਾਜੀ ਤੇ ਨਾ ਹੀ ਕੋਈ ਜੋਗੀ ਇਸ ਗੱਲ ਨੂੰ ਜਾਣਦਾ ਹੈ। ਕਿਸੇ ਚਿੱਤ ਨੂੰ, ਚਿੱਤ ਤੋਂ ਭਾਵ ਤਰੀਕ ਤੇ ਕੋਈ ਵਾਰ ਜੋਗੀ ਵੀ ਨਹੀਂ ਜਾਣ ਸਕਿਆ। ਚਿੱਤ ਵਾਰ ਨਾ ਜੋਗੀ ਜਾਣੇ ਰੁੱਤ ਮਾਹ ਨਾ ਕੋਈ। ਤੇ ਨਾ ਹੀ ਕੋਈ ਰੁੱਤ, ਭਾਵ ਕਿਹੜੀ ਰੁੱਤ ਦੇ ਵਿੱਚ ਪ੍ਰਮਾਤਮਾ ਨੇ ਸ੍ਰਿਸ਼ਟੀ ਸਾਜੀ, ਨਾ ਹੀ ਕੋਈ ਮਹੀਨਾ ਜਿਹੜਾ ਹੈ ਉਹ ਦੱਸ ਸਕਦਾ ਹੈ। ਕੋਈ ਵੀ ਨਹੀਂ ਦੱਸ ਸਕਦਾ। ਨਾ ਜੋਗੀ ਦੱਸ ਸਕਦੇ ਆ, ਨਾ ਬ੍ਰਾਹਮਣ ਦੱਸ ਸਕਦੇ, ਪੰਡਤ ਦੱਸ ਸਕਦੇ ਆ, ਤੇ ਨਾ ਕਾਜੀ ਦੱਸ ਸਕਦੇ। ਭਾਵ ਜਿੰਨੇ ਵੀ ਧਾਰਮਿਕ ਲੋਕ ਆ ਉਹ ਇਸ ਗੱਲ ਦੇ ਉੱਤੇ ਬਹਿਸ ਨਾ ਕਰਨ ਕਿ ਪਰਮਾਤਮਾ ਨੇ ਕਦੋਂ ਸ੍ਰਿਸ਼ਟੀ ਤੇ ਕਿਵੇਂ ਸ੍ਰਿਸ਼ਟੀ ਨੂੰ ਸਾਜਿਆ। ਇਸ ਕਰਕੇ ਸਤਿਗੁਰਾਂ ਨੇ ਇਹ ਗੱਲ ਜਿਹੜੀ ਹੈ ਇੱਥੇ ਛੱਡ ਦਿੱਤੀ। ਜਾ ਕਰਤਾ ਸ੍ਰਿਸ਼ਟੀ ਕੋ ਸਾਜੇ ਆਪੇ ਜਾਣੇ ਸੋਈ। ਇਹ ਹੁਣ ਗੁਰੂ ਨਾਨਕ ਸਾਹਿਬ ਦਾ ਮਤ ਹੈ ਕਿ ਜਾ ਕਰਤਾ ਸ੍ਰਿਸ਼ਟੀ ਕੋ ਸਾਜੇ। ਸਾਰੀ ਗੱਲ ਅਕਾਲ ਪੁਰਖ ਤੇ ਛੱਡੀ ਕਿ ਜਿਹੜਾ ਪ੍ਰਮਾਤਮਾ ਸ੍ਰਿਸ਼ਟੀ ਨੂੰ ਬਣਾਉਣ ਵਾਲਾ ਹੈ ਉਹੀ ਜਾਣਦਾ ਕਿ ਉਹਨੇ ਕਿਵੇਂ ਸਾਜੀ ਹੈ। ਜਾ ਕਰਤਾ ਸ੍ਰਿਸ਼ਟੀ ਕੋ ਸਾਜੇ ਆਪੇ ਜਾਣੇ ਸੋਈ। ਕਿ ਉਹ ਕਿਵੇਂ ਉਹਨੇ ਅਕਾਲ ਪੁਰਖ ਪਰਮਾਤਮਾ ਨੇ ਸ੍ਰਿਸ਼ਟੀ ਨੂੰ ਸਾਜਿਆ, ਕਿਵੇਂ ਬਣਾਇਆ ਹੈ, ਇਹ ਉਹ ਆਪ ਹੀ ਜਾਣਦਾ ਹੈ। ਕਿਵ ਕਰ ਆਖਾਂ ਕਿਵ ਸਾਲਾਹੀ ਕਿਉਂ ਵਰਨੀ ਕਿਵ ਜਾਣਾ। ਇਹ ਵਾਹਿਗੁਰੂ ਜੀ, ਕਿਵ ਕਰ ਆਖਾਂ ਕਿ ਮੈਂ ਕਿਵੇਂ ਆਖ ਸਕਦਾ ਆਪ ਜੀ ਦੀ ਵਡਿਆਈ ਨੂੰ, ਕਿਵੇਂ ਦੱਸਾਂ। ਹੁਣ ਸਤਿਗੁਰਾਂ ਨੇ ਦੇਖੋ ਉੱਪਰਲੀ ਗੱਲ ਕਹੀ ਹੈ ਕਿ ਉਹ ਪਰਮਾਤਮਾ ਸ੍ਰਿਸ਼ਟੀ ਨੂੰ ਸਾਜਣ ਵਾਲਾ ਆਪ ਹੀ ਸਾਰਾ ਕੁਝ ਜਾਣਦਾ ਹੈ। ਤੇ ਹੁਣ ਸਤਿਗੁਰੂ ਸੱਚੇ ਪਾਤਸ਼ਾਹ ਇੱਥੇ ਹੁਣ ਇਸ ਪੰਕਤੀ ਦੇ ਵਿੱਚ ਮਨੁੱਖ ਦੀ ਜਿਹੜੀ ਹੈ ਨਾ ਆਪਣੀ ਤਾਕਤ, ਉਹਨੂੰ ਸਤਿਗੁਰੂ ਬਿਆਨ ਕਰਦੇ ਕਿ ਉਹਦੇ ਵਿੱਚ ਮਨੁੱਖ 'ਚ ਕੋਈ ਤਾਕਤ ਨਹੀਂ ਹੈ ਕਿ ਉਹ ਪਰਮਾਤਮਾ ਦੀ ਕੋਈ ਗੱਲ ਬਿਆਨ ਕਰ ਸਕੇ। ਤੇ ਇਹ ਸਤਿਗੁਰਾਂ ਨੇ ਦੱਸਣਾ ਕੀਤਾ ਕਿਵ ਕਰ ਆਖਾਂ, ਪ੍ਰਮਾਤਮਾ ਨੇ ਕਿਵੇਂ ਕਹਿ ਸਕਾਂ ਤੇਰੀ ਵਡਿਆਈ, ਮੇਰੇ ਕੋਲ ਤੇ ਇੰਨੀ ਤਾਕਤ ਹੀ ਨਹੀਂ ਹੈ। ਕਿਵ ਸਲਾਹੀ, ਮੈਂ ਕਿਵੇਂ ਤੈਨੂੰ ਸਲਾਹਾਂ, ਇੰਨਾ ਬਲ ਹੀ ਨਹੀਂ ਮੇਰੇ ਕੋਲ ਹੈਗਾ, ਇੰਨੀ ਬੁੱਧੀ ਨਹੀਂ ਹੈਗੀ ਮੇਰੇ ਕੋਲ। ਕਿਉਂਕਿ ਜਿਹੜਾ ਮਨੁੱਖ ਹੈ ਉਹ ਇੱਕ ਜਿਹੜੀ ਅਲਪ ਬੁੱਧੀ ਦੇ ਨਾਲ, ਘੱਟ ਬੁੱਧੀ ਦੇ ਨਾਲ ਕਿਵੇਂ ਪ੍ਰਮਾਤਮਾ ਨੂੰ ਕਹਿ ਸਕਦਾ, ਨਹੀਂ ਕਿਹਾ ਜਾ ਸਕਦਾ। ਕਿਉਂ ਵਰਨੀ ਕਿਵੇਂ ਜਾਣਾ, ਕਿਵੇਂ ਮੈਂ ਵਰਣਨ ਕਰਾਂ ਤੈਨੂੰ, ਕਿੰਨੀ ਕੁ ਤੇਰੀ ਵਡਿਆਈ ਹੈ, ਮੈਂ ਕਿਵੇਂ ਵਰਣਨ ਕਰਾਂ। ਕਿਵੇਂ ਜਾਣਨਾ, ਮੈਂ ਕਿਵੇਂ ਤੈਨੂੰ ਜਾਣ ਸਕਦਾ, ਨਹੀਂ ਜਾਣ ਸਕਦਾ।
ਕੋਈ ਵੀ ਪ੍ਰਮਾਤਮਾ ਦੇ ਬਾਰੇ ਕਿ ਉਹ ਸ੍ਰਿਸ਼ਟੀ ਕਿਵੇਂ ਬਣਾਈ ਉਹਨੇ, ਕਿਵੇਂ ਉਹਨੇ ਜੱਗ ਨੂੰ ਸਾਜਿਆ, ਉਹ ਕਿਵੇਂ ਆਪ ਬਣਿਆ, ਇਹਦੇ ਬਾਰੇ ਪ੍ਰਮਾਤਮਾ ਦੇ ਬਾਰੇ ਕੋਈ ਮਨੁੱਖ ਕਿਸੇ ਤਰ੍ਹਾਂ ਵੀ ਵਰਣਨ ਨਹੀਂ ਕਰ ਸਕਦਾ, ਕਿਸੇ ਤਰ੍ਹਾਂ ਕੁਝ ਕਹਿ ਨਹੀਂ ਸਕਦਾ। ਹਾਂ, ਨਾਮ ਜਪ ਸਕਦਾ, ਜਿਹੜੀ ਗੱਲ ਸਤਿਗੁਰਾਂ ਨੇ ਉੱਪਰ ਕੀਤੀ ਹੈ। ਪ੍ਰਮਾਤਮਾ ਦੇ ਵਿੱਚ ਭਾਵ ਪਿਆਰ ਪਾ ਸਕਦਾ ਹੈ, ਹੋਰ ਕੋਈ ਉਹਦੇ ਕੋਲ ਰਸਤਾ ਨਹੀਂ ਹੈ। ਕਿਵ ਕਰ ਆਖਾਂ ਕਿਵ ਸਾਲਾਹੀ ਕਿਉ ਵਰਨੀ ਕਿਵ ਜਾਣਾ, ਨਾਨਕ ਆਖਣ ਸਭ ਕੋ ਆਖੈ ਇੱਕ ਦੂ ਇੱਕ ਸਿਆਣਾ। ਨਾਨਕ ਆਖਣ ਸਭ ਕੋ ਆਖੈ, ਹਰੇਕ ਜੀਵ ਆਪਣੇ ਆਪ ਨੂੰ ਦੂਜੇ ਨਾਲੋਂ ਸਿਆਣਾ ਸਮਝ ਕੇ ਪ੍ਰਮਾਤਮਾ ਦੀ ਅਕਾਲ ਪੁਰਖ ਦੀ ਵਡਿਆਈ ਦੱਸਣ ਦਾ ਯਤਨ ਕਰ ਰਿਹਾ ਹੈ। ਆਪਣੇ ਆਪ ਨੂੰ ਹਰ ਕੋਈ ਸਿਆਣਾ ਸਮਝ ਕੇ ਵਡਿਆਈ ਦੱਸਣ ਦਾ ਯਤਨ ਕਰ ਰਿਹਾ। ਜੇ ਵੇਦਾਂ ਪਾਠਾਂ ਦੇ ਨਾਲ ਪ੍ਰਮਾਤਮਾ ਨੂੰ ਕਈ ਸਲਾਹ ਰਹੇ ਆ, ਕਹਿ ਰਹੇ ਕਿ ਪ੍ਰਮਾਤਮਾ ਏਡਾ ਵੱਡਾ ਹੈ, ਅਸੀਂ ਦੱਸਦੇ ਸਾਡੇ ਧਾਰਮਿਕ ਗ੍ਰੰਥਾਂ ਨੇ ਇਵੇਂ ਦੱਸਿਆ। ਤੇ ਜੇ ਕੋਈ ਇਸਲਾਮ ਧਰਮ ਵਾਲੇ ਆ ਜਾਂ ਕੁਰਾਨ ਲੈ ਕਰਕੇ ਉਹ ਕਹਿ ਰਹੇ ਆ ਕਿ ਅਸੀਂ ਦੱਸਦੇ ਹਾਂ, ਆਪਣੇ ਆਪ ਦੇ ਵਿੱਚ ਹਰ ਕੋਈ ਸਿਆਣਾ ਸਮਝ ਕੇ ਆਪਣੇ ਆਪ ਨੂੰ ਕੋਈ ਇਹ ਗੱਲ ਕਹਿ ਰਿਹਾ ਕਿ ਅਸੀਂ ਪ੍ਰਮਾਤਮਾ ਨੂੰ ਜਾਣਦੇ ਹਾਂ। ਪਰ ਸਤਿਗੁਰੂ ਕਹਿੰਦੇ ਆ ਕਿ ਉਹਦੀ ਸਿਫਤ ਸਲਾਹ ਜਿਹੜੀ ਹੈ ਉਹੀ ਹੋ ਸਕਦੀ ਆ, ਉਹਦੇ ਬਾਰੇ ਜੇ ਗਿਣਨ ਲੱਗ ਜਾਓ ਕਿ ਉਹ ਕੈਸਾ ਹੈ, ਕਿੱਡਾ ਹੈ, ਇਹ ਨਹੀਂ ਹੋ ਸਕਦਾ। ਇਹ ਕਿਸੇ ਦੀ ਸਮਝ ਵਿੱਚ ਨਹੀਂ ਆਉਣੀ, ਭਾਵੇਂ ਕੋਈ ਕਿੰਨਾ ਮਰਜ਼ੀ ਸਿਆਣਾ ਬਣੀ ਜਾਵੇ। ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾਕਾ ਹੋਵੇ। ਪਰਮਾਤਮਾ ਜਿਹੜਾ ਹੈ ਵੱਡਾ ਹੈ, ਸਾਹਿਬ ਹੈ, ਮਾਲਕ ਹੈ ਸਭ ਦਾ। ਵੱਡਾ ਸਾਹਿਬ ਵੱਡੀ ਨਾਈ, ਉਹਦੀ ਵਡਿਆਈ ਵੀ ਵੱਡੀ ਹੈ। ਉਹ ਅਕਾਲ ਪੁਰਖ ਵੀ ਵੱਡਾ ਹੈ, ਉਹਦੀ ਵਡਿਆਈ ਵੀ ਵੱਡੀ ਹੈ। ਕੀਤਾ ਜਾਕਾ ਹੋਵੇ, ਉਹ ਹਰੀ ਉਸ ਅਕਾਲ ਪੁਰਖ ਦਾ ਕੀਤਾ ਹੋਇਆ ਹੀ ਇਹ ਸਾਰਾ ਜਗਤ ਹੈ, ਇਹ ਸਾਰਾ ਕੁਛ ਉਹਦਾ ਕੀਤਾ ਹੋਇਆ ਹੈ। ਤੇ ਜਿਹਦਾ ਕੀਤਾ ਹੋਇਆ, ਜੇ ਕੋਈ ਮਨੁੱਖ ਉਹਦਾ ਕੀਤਾ ਹੋਇਆ, ਮਨੁੱਖ ਵੀ ਤੇ ਉਹਦੇ ਵਿੱਚ ਹੀ ਆ ਜਾਂਦੇ ਨਾ, ਮਨੁੱਖ ਵੀ ਤੇ ਉਹਦੇ ਹੀ ਬਣਾਏ ਹੋਏ ਆ। ਤੇ ਜੇਕਰ ਮਨੁੱਖ, ਜਿਸ ਪ੍ਰਮਾਤਮਾ ਨੇ ਮਨੁੱਖ ਨੂੰ ਸਾਜਿਆ, ਜੇ ਉਹੀ ਮਨੁੱਖ ਉੱਠ ਕੇ ਕਵੇ ਕਿ ਮੈਂ ਪ੍ਰਮਾਤਮਾ ਨੂੰ ਜਾਣ ਲਿਆ, ਇਹ ਤੇ ਨਹੀਂ ਨਾ ਹੋ ਸਕਦਾ। ਪਿਤਾ ਕਾ ਜਨਮ ਕੇ ਜਾਣੇ ਪੂਤ, ਕਿਵੇਂ ਕੋਈ ਜਾਣ ਸਕਦਾ ਆਪਣੇ ਪਿਤਾ ਦੇ ਜਨਮ ਨੂੰ? ਨਹੀਂ ਜਾਣ ਸਕਦਾ। ਕੋਈ ਬੱਚਾ ਨਹੀਂ ਦੱਸ ਸਕਦਾ ਕਿ ਕਿਵੇਂ ਦੇ ਹਾਲਾਤ, ਕੀ ਉਹ ਸਮਾਂ ਸੀ ਜਦੋਂ ਪਿਤਾ ਦਾ ਜਨਮ ਹੋਇਆ, ਨਹੀਂ ਦੱਸ ਸਕਦਾ। ਇਸ ਕਰਕੇ ਸਤਿਗੁਰਾਂ ਨੇ ਕਿਹਾ ਕਿ ਉਹ ਪ੍ਰਮਾਤਮਾ ਵੱਡਾ ਹੈ ਤੇ ਉਹਦੀ ਵਡਿਆਈ ਵੀ ਬੜੀ ਵੱਡੀ ਹੈ। ਨਾਈ ਦਾ ਅਰਥ ਵਡਿਆਈ, ਕੀਤਾ ਜਾਕਾ ਹੋਵੇ, ਉਹਦਾ ਕੀਤਾ ਹੋਇਆ ਹੀ ਜਿਹੜਾ ਹੈ ਇਹ ਸਾਰਾ ਜਗਤ ਹੈ। ਨਾਨਕ ਜੇਕੋ ਆਪੋ ਜਾਣੇ ਅੱਗੇ ਗਿਆ ਨਾ ਸੋ ਹੈ। ਇਹ ਨਾਨਕ, ਜੇ ਕੋਈ ਮਨੁੱਖ ਆਪਣੀ ਅਕਲ ਦੇ ਆਸਰੇ ਇਹ ਯਤਨ ਕਰੇ, ਉਹ ਅਕਾਲ ਪੁਰਖ ਦੇ ਦਰ ਤੇ ਜਾ ਕੇ ਆਦਰ ਨਹੀਂ ਪਾਉਂਦਾ। ਜੇ ਕੋਈ ਆਖੇ ਕਿ ਮੈਂ ਜਾਣ ਲਿਆ ਪ੍ਰਮਾਤਮਾ ਨੂੰ, ਜਿੰਨਾ ਮੈਂ ਜਾਣਿਆ ਸਿਰਫ ਇੰਨਾ ਹੀ ਹੈ ਅਕਾਲ ਪੁਰਖ ਪਰਮਾਤਮਾ, ਜਿੰਨਾ ਕਿ ਮੈਨੂੰ ਪਤਾ ਹੈ ਮੈਂ ਇਹੀ ਕਹਿਣਾ ਕਿ ਇੰਨਾ ਹੀ ਸੱਚ ਹੈ, ਤੇ ਉਹ ਮਨੁੱਖ ਜਿਹੜਾ ਆ ਉਹ ਅੱਗੇ ਜਾ ਕੇ ਆਦਰ ਨਹੀਂ ਪਾਉਂਦਾ, ਉਹ ਪਰਮਾਤਮਾ ਦੇ ਦਰ ਤੇ ਨਹੀਂ ਸੁਣਦਾ। ਨਾਨਕ ਜੇਕੋ ਆਪੋ ਜਾਣੇ, ਪੱਪੇ ਨੂੰ ਕਨੌੜਾ ਜਿਹੜਾ ਪੜ੍ਹਨਾ, ਨਾਨਕ ਜੇਕੋ ਆਪੋ, ਉਹ ਆਪੋ ਦੋ ਸ਼ਬਦ ਹੈ, ਕੱਕੇ ਨੂੰ ਹੋੜਾ ਕੋ ਘੋੜਾ ਲੱਗਾ ਹੋਇਆ ਹੈ, ਤੇ ਆਪੋ ਪੱਪੇ ਨੂੰ ਕਨੌੜਾ ਲੱਗਾ ਹੋਇਆ, ਆਪੋ ਸ਼ਬਦ ਹੈ। ਨਾਨਕ ਜੇ ਕੋ ਆਪੋ ਜਾਣੈ ਅੱਗੇ ਗਿਆ ਨਾ ਸੋਹੇ। ਅੱਗੇ ਜਾ ਕੇ ਭਾਵ ਜਦੋਂ ਮਨੁੱਖ ਸੰਸਾਰ ਨੂੰ ਛੱਡ ਕੇ ਚਲੇ ਜਾਵੇ, ਫਿਰ ਉਹ ਪਰਮਾਤਮਾ ਦੇ ਦਰ ਤੇ ਸੌਂਦਾ ਨਹੀਂ ਹੈ। ਜੇ ਕੋਈ ਕਵੇ ਕਿ ਮੈਂ ਪਰਮਾਤਮਾ ਨੂੰ, ਸਾਰੇ ਪਰਮਾਤਮਾ ਨੂੰ ਜਾਣ ਲਿਆ, ਹਾਂ, ਉਹਨੂੰ ਜਾਣਿਆ ਨਹੀਂ ਜਾ ਸਕਦਾ। ਜੋ ਗੱਲ ਸਤਿਗੁਰਾਂ ਨੇ ਉੱਪਰ ਕਹੀ ਹੈ ਨਾ, ਸੁਣਿਆ ਮੰਨਿਆ ਮਨ ਕੀਤਾ ਭਾਓ, ਅੰਤਰਗਤ ਤੀਰਥ ਮਲ ਨਾਓ, ਇਹ ਕਾਰਜ ਹੋ ਸਕਦਾ ਹੈ। ਸੁਣਿਆ ਜਾ ਸਕਦਾ ਹੈ, ਸੁਣ ਕੇ ਮੰਨਣ ਕੀਤਾ ਜਾ ਸਕਦਾ ਹੈ, ਮੰਨਣ ਕਰਕੇ ਉਹਦੇ ਨਾਲ ਪਿਆਰ ਪਾ ਕੇ ਤੇ ਆਪਣੇ ਆਪ ਦੇ ਵਿੱਚ ਸ਼ੁੱਧੀ ਪ੍ਰਾਪਤ ਕੀਤੀ ਜਾ ਸਕਦੀ ਆ, ਤੇ ਉਹਦੇ ਵਿੱਚ ਲੀਨਤਾ ਪ੍ਰਾਪਤ ਕੀਤੀ ਜਾ ਸਕਦੀ ਆ। ਪਰ ਇਸ ਤਰ੍ਹਾਂ ਨਹੀਂ ਕਿਹਾ ਜਾ ਸਕਦਾ ਕਿ ਅਸੀਂ ਪ੍ਰਮਾਤਮਾ ਨੂੰ, ਸਮੁੱਚੇ ਪ੍ਰਮਾਤਮਾ ਨੂੰ ਜਾਣ ਲਿਆ। ਸਤਿਗੁਰੂ ਕਹਿੰਦੇ ਕਿ ਉਹਦੀ ਫਿਰ ਦਰਗਾਹ ਦੇ ਵਿੱਚ ਕੋਈ ਵੀ ਜਿਹੜੀ ਆ ਉਹਨੂੰ ਕੋਈ ਸੁਣਦਾ ਨਹੀਂ ਆ, ਉਹ ਪ੍ਰਮਾਤਮਾ ਦੇ ਦਰ ਤੇ ਸੁਣਦਾ ਨਹੀਂ ਆ ਜਿਹੜਾ ਇਹ ਗੱਲ ਕਵੇ ਕਿ ਮੈਂ ਪ੍ਰਮਾਤਮਾ ਨੂੰ ਜਾਣ ਲਿਆ। ਤੋ ਇਹ ਆਪਣਾ 21ਵੀਂ ਪੌੜੀ ਜਿਹੜੀ ਹੈ ਉਹ ਸਾਧ ਸੰਗਤ ਕੀਤੀ ਹੈ। ਇਸ ਤੋਂ ਅੱਗੇ ਹੁਣ ਆਪਾਂ ਜਿਹੜੀ ਹੈ 22ਵੀਂ ਪੌੜੀ ਆਰੰਭ ਕਰਨੀ ਹੈ। ਤੇ ਆਪ ਜੀ ਨਾਲ ਇਸ 22ਵੀਂ ਪੌੜੀ ਦੀ ਜਿਹੜੀ ਵਿਚਾਰ ਹੈ ਉਹ ਗਿਆਨੀ ਪਰਮਜੀਤ ਸਿੰਘ ਜੀ ਕਰਨਗੇ। ਫਿਰ ਉਸ ਤੋਂ ਬਾਅਦ ਆਪਾਂ ਸਮਾਪਤੀ ਕਰਾਂਗੇ ਜੀ। ਗਿਆਨੀ ਪਰਮਜੀਤ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਗਿਆਨੀ ਲਖਬੀਰ ਸਿੰਘ ਜੀ ਪਾਸੋਂ ਜਪਜੀ ਸਾਹਿਬ ਬਾਣੀ ਦੀ ਜੋ ਵਿਚਾਰ ਵੀ ਤੇ ਨਾਲ ਸੰਥਿਆ ਵੀ ਸ਼ਰਵਣ ਕਰ ਰਹੇ ਸੀ। 21 ਪੌੜੀਆਂ ਤੱਕ ਜੋ ਵਿਚਾਰ ਹੈ ਉਹ ਹੋ ਚੁੱਕੀ ਹੈ। ਇਹ ਜਿਹੜੀ 22ਵੀਂ ਪੌੜੀ ਹੈ, ਪਾਤਾਲ ਅਸਲ ਦੇ ਅੰਦਰ, ਕਿਉਂਕਿ ਤੁਹਾਡੀ ਸਕਰੀਨ ਦੇ ਉੱਪਰ ਸਾਹਮਣੇ ਆ ਰਿਹਾ ਹੈ, ਤੇ ਇਸ ਪੌੜੀ ਕਰਕੇ ਨਾ, ਜਿਹੜੀ ਪੌੜੀ ਸਾਹਮਣੇ ਹੈ 22ਵੀਂ, ਬੜੇ ਮਨ ਦੇ ਅੰਦਰ ਸਾਡੇ ਵਿਚਾਰ ਨੇ ਇਸ ਪੌੜੀ ਕਾਰਨ। ਤੇ ਇੱਕ ਧਾਰਨਾ ਸਾਡੇ ਸਾਰਿਆਂ ਦੇ ਮਨਾਂ ਦੇ ਅੰਦਰ ਇਹ ਬਣ ਗਈ ਹੈ ਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਇਸ ਗੱਲ ਦਾ ਜ਼ਿਕਰ ਕੀਤਾ ਹੈ ਕਿ ਲੱਖਾਂ ਧਰਤੀਆਂ ਹਨ ਤੇ ਲੱਖਾਂ ਹੀ ਆਕਾਸ਼ ਹਨ। ਜਦੋਂ ਅਸੀਂ ਇਸ ਪੌੜੀ ਨੂੰ ਪੜਾਂਗੇ, ਹੁਣ ਇਹਦੇ ਸੰਥਿਆ ਵੀ ਕਰਾਂਗੇ, ਨਾਲ ਆਪਾਂ ਇਹਦੇ ਅਰਥ ਵੀ ਕਰਾਂਗੇ, ਤੇ ਫਿਰ ਥੋੜੀ ਜਿਹੀ ਸਾਨੂੰ ਸਮਝ ਆਏਗੀ ਇਸ ਪੌੜੀ ਦੇ ਬਾਰੇ ਕਿ ਇਹਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਕੀ ਕਿਹਾ ਹੈ, ਕਿਸ ਦੇ ਬਾਰੇ ਉਦਾਹਰਣ ਦਿੱਤੀ ਹੈ ਉਹਨਾਂ ਨੇ। ਕਿਉਂਕਿ ਇਹਦੇ ਵਿੱਚ ਉਦਾਹਰਨਾਂ ਵੀ ਹਨ, ਕੁਝ ਉਦਾਹਰਨਾਂ ਗੁਰੂ ਸਾਹਿਬ ਨੇ ਦਿੱਤੀਆਂ ਨੇ ਤੇ ਆਪਣੀ ਗੱਲ ਵੀ ਬਾਅਦ ਵਿੱਚ ਉਹਨਾਂ ਨੇ ਕਹੀ ਹੈ। ਹੁਣ ਇਹ ਪੌੜੀ ਜਿਹੜੀ ਹੈ, ਧਿਆਨ ਨਾਲ ਸੁਣਿਓ। ਪਾਤਾਲ ਲੱਖ ਆਗਾਸਾ ਆਗਾਸ ਪੌੜੀ ਆ ਰਹੀ ਹੈ, ਤੁਸੀਂ ਇਹਨੂੰ ਨਾਲ ਨਾਲ ਦੇਖਦੇ ਜਾਓ ਕਿ ਲੱਖਾਂ ਧਰਤੀਆਂ ਹਨ, ਲੱਖਾਂ ਪਾਤਾਲ ਹਨ। ਵੈਸੇ ਇਹਦੇ ਇੱਕ ਅਰਥ ਇਹ ਵੀ ਕੀਤੇ ਜਾਂਦੇ ਨੇ, ਜੇ ਪਾਤਾਲ ਸ਼ਬਦ ਹੈ ਤੇ ਆਗਾਸ ਦਾ ਜਿਹੜਾ ਅਰਥ ਹੈ ਉਹ ਆਕਾਸ਼ ਕੀਤਾ ਗਿਆ, ਵੀ ਲੱਖਾਂ ਧਰਤੀਆਂ ਨੇ ਤੇ ਲੱਖਾਂ ਹੀ ਜਿਹੜੇ ਉਹ ਆਕਾਸ਼ ਨੇ। ਪਾਤਾਲ ਇਹ ਨਾਲ ਕੰਨਾ ਹੈ ਪੱਪੇ ਦੇ ਪਹਿਲੇ ਦੇ ਵੀ, ਪਾਤਾਲ ਲੱਖ ਆਗਾਸਾਂ ਆਗਾਸ। ਹੁਣ ਜੇ ਇਹਦੇ ਅਰਥ ਕਰਨੇ ਆ ਨਾ, ਤੇ ਫਿਰ ਥੋੜਾ ਜਿਹਾ ਤੁਹਾਨੂੰ ਨਾਲ ਨਾਲ ਮੇਰੇ ਪੜ੍ਹਨਾ ਪਏਗਾ ਤੇ ਸੌਖਾ ਹੋ ਜਾਏਗਾ ਥੋੜਾ ਜਿਹਾ। ਜਿੱਥੇ ਗੁਰੂ ਸਾਹਿਬ ਨੇ ਕਿਹਾ ਨਾ ਕਿ ਪਾਤਾਲ ਲੱਖ ਆਗਾਸਾਂ ਆਗਾਸ, ਫਿਰ ਕਿਹਾ ਓੜਕ ਭਾਲ ਥੱਕੇ ਵੇਦ ਕਹਿਣ ਇੱਕ ਵਾਰ। ਹੁਣ ਜੇ ਤੁਸੀਂ ਮੇਰੇ ਨਾਲ ਪੜ੍ਹ ਲਓਗੇ ਇਹਨੂੰ ਤੇ ਫਿਰ ਅਰਥ ਬੜੇ ਸੌਖੇ ਆ ਜਾਣਗੇ ਕਿ ਓੜਕ ਭਾਲ ਥੱਕੇ ਵੇਦ ਕਹਿਣ ਇੱਕ ਬਾਤ। ਕੌਣ ਇਹ ਗੱਲ ਕੌਣ ਕਹਿ ਰਿਹਾ ਹੈ? ਇੱਕੋ ਜ਼ੁਬਾਨ ਦੇ ਨਾਲ ਵੇਦ ਕਹਿ ਰਹੇ ਨੇ। ਵੇਦ ਕੀ ਕਹਿ ਰਹੇ ਨੇ ਕਿ ਲੱਖਾਂ ਪਾਤਾਲ ਨੇ ਤੇ ਲੱਖਾਂ ਹੀ ਆਕਾਸ਼ ਹਨ। ਇਹ ਜੇ ਮਨ ਦੇ ਅੰਦਰ ਇੱਕ ਭਰਮ ਜਿਹਾ ਹੁਣ ਆ ਗਿਆ, ਤੇ ਜਿਹੜੀ ਇਸ ਤੋਂ ਅਗਲੀ ਪੰਕਤੀ ਹੈ ਨਾ, ਉਹਦੇ ਵਿੱਚ ਹੋਰ ਸੌਖੀ ਸਮਝ ਆ ਜਾਏਗੀ ਅਗਲੀ ਪੰਕਤੀ ਵਿੱਚ। ਕਿਉਂਕਿ ਜੇ ਗੁਰੂ ਨਾਨਕ ਸਾਹਿਬ ਨੇ ਗੱਲ ਕਹੀ ਹੁੰਦੀ ਨਾ, ਲੱਖਾਂ ਧਰਤੀਆਂ ਤੇ ਲੱਖਾਂ ਆਕਾਸ਼ ਨੇ ਜਾਂ ਲੱਖਾਂ ਪਤਾਲ ਨੇ, ਤੇ ਫਿਰ ਇਸੇ ਪੌੜੀ ਦੀ ਅਗਲੀ ਪੰਕਤੀ ਵਿੱਚ ਇਹਨਾਂ ਧਰਤੀਆਂ ਤੇ ਆਕਾਸ਼ਾਂ ਤੇ ਪਤਾਲਾਂ ਦੀ ਜਿਹੜੀ ਗਿਣਤੀ ਹੈ ਉਹ 18,000 ਵੀ ਆ ਗਈ ਹੈ ਨਾਲ ਹੀ। ਅਗਲੀ ਜਿਹੜੀ ਪੰਕਤੀ ਹੈ, ਅਗਲਾ ਜਿਹੜਾ ਬੰਦ ਹੈ, ਉਹਦੇ ਵਿੱਚ ਗੁਰੂ ਸਾਹਿਬ ਨੇ ਕਹਿ ਦਿੱਤਾ, ਕਹਿੰਦੇ ਸਹਸ, ਸੱਸਾ ਵੀ ਮੁਕਤਾ ਹੈ, ਹਾਹਾ ਵੀ ਮੁਕਤਾ ਹੈ, ਤੇ ਫਿਰ ਸੱਸਾ ਵੀ ਮੁਕਤਾ ਹੈ। ਗੁਰੂ ਸਾਹਿਬ ਨੇ ਆਖਿਆ ਸਹਸ 18 ਕਹਿਨ ਕਤੇਬਾ। ਹੁਣ ਇੱਥੇ ਪਹਿਲਾਂ ਲੱਖਾਂ ਦਾ ਜ਼ਿਕਰ, ਫਿਰ ਹਜ਼ਾਰਾਂ ਦਾ ਜ਼ਿਕਰ ਆ ਗਿਆ, ਤੇ ਪਾਤਸ਼ਾਹ ਨੇ ਕਹਿ ਦਿੱਤਾ ਕਿ ਸਹਸ 18 ਕਹਿਨ। ਕੌਣ ਕਹਿ ਰਿਹਾ ਹੈ? ਕਤੇਬਾਂ। ਕਤੇਬਾਂ ਨੇ ਜਿਹੜੀਆਂ ਈਸਾਈ ਮਤ ਤੇ ਇਹਨਾਂ ਦੀਆਂ ਇਸਲਾਮ ਦੀਆਂ ਜਿਹੜੀਆਂ ਧਰਮ ਦੀਆਂ ਪੁਸਤਕਾਂ ਨੇ, ਕੁਰਾਨ ਵਰਗੇ, ਅੰਜੀਲ ਵਰਗੀਆਂ ਜਿਹੜੀਆਂ ਨੇ, ਉਹ ਇਹ ਗੱਲ ਕਹਿ ਰਹੀਆਂ ਨੇ ਕਿ ਨਹੀਂ, ਆਕਾਸ਼ਾਂ ਤੇ ਪਤਾਲਾਂ ਦੀ ਜਿਹੜੀ ਗਿਣਤੀ ਹੈ ਉਹ 18,000 ਹੈ। ਦੇਖੋ ਹੁਣ ਇਸ ਗੱਲ ਦੀ ਸਮਝ ਆ ਜਾਏਗੀ, ਫਿਰ ਗੁਰੂ ਨਾਨਕ ਸਾਹਿਬ ਦੀ ਗੱਲ ਵੀ ਆਏਗੀ, ਉਹਨਾਂ ਨੇ ਕੀ ਕਿਹਾ ਹੈ। ਫਿਰ ਮੈਂ ਦੁਬਾਰਾ ਤੋਂ ਸ਼ੁਰੂ ਕਰਾਂ। ਪਾਤਾਲ ਲੱਖ ਆਗਾਸਾਂ ਆਗਾਸ, ਓੜਕ ਭਾਲ ਥੱਕੇ ਵੇਦ ਕਹਿਨ ਇੱਕ ਬਾਤ, ਸਹਸ 18 ਕਹਿਨ ਕਤੇਬਾ। ਅਸਲੂ ਐੜਾ ਤੇ ਸੱਸੇ ਨੂੰ ਵੀ ਔਂਕੜੇ ਨਾਲ, ਤੇ ਲੱਲੇ ਨੂੰ ਦਲੈਂਕੜ, ਡਬਲ ਔਂਕੜ ਜਿਹਨੂੰ ਅਸੀਂ ਕਹਿੰਦੇ, ਲੱਲੇ ਨੂੰ ਦਲੈਂਕੜ ਨੇ। ਅਸਲੂ ਇਹਨੂੰ ਇਸ ਤਰ੍ਹਾਂ ਪੜ੍ਹਨਾ ਹੈ ਕਿ ਅਸਲੂ ਇੱਕ ਧਾਤ,
ਇਹਨਾਂ ਸਾਰਿਆਂ ਦਾ ਮੁੱਢ ਜਿਹੜਾ ਹੈ ਨਾ ਉਹ ਇੱਕੋ ਪਰਮਾਤਮਾ ਹੈ। ਚਾਹੇ ਕੋਈ ਲੱਖਾਂ ਕਹੀ ਜਾਏ, ਚਾਹੇ ਕੋਈ 18 ਕਹੀ ਜਾਏ। ਖੈਰ ਅਸੀਂ ਇਹ ਵੀ ਪੜ੍ਹਿਆ ਕਿ ਇਸਲਾਮ ਕਹਿੰਦਾ ਇਹ ਵੀ 7 ਧਰਤੀਆਂ ਨੇ ਤੇ 7 ਆਕਾਸ਼ ਨੇ, ਜਾਂ 7 ਪਤਾਲ ਤੇ 7 ਆਕਾਸ਼ ਨੇ, ਇਹ ਵੀ ਅਸੀਂ ਪੜ੍ਹਿਆ ਹੈ। ਪਰ ਇੱਥੇ ਗੁਰੂ ਸਾਹਿਬ ਬੜੀ ਸਿੱਧੀ ਗੱਲ ਕਰ ਰਹੇ ਨੇ ਭਾਈ। ਵੇਦ ਕਹਿ ਰਹੇ ਨੇ ਲੱਖਾਂ ਨੇ, ਉਸ ਤੋਂ ਬਾਅਦ ਕਤੇਬਾਂ ਕਹਿ ਰਹੀਆਂ ਨੇ 18,000 ਹੈ, ਪਰ ਇਹਨਾਂ ਸਾਰਿਆਂ ਦਾ ਮੁੱਢ ਇੱਕ ਹੈ। ਤੇ ਫਿਰ ਗੁਰੂ ਨਾਨਕ ਸਾਹਿਬ ਨੇ ਜਿਹੜੇ ਅਗਲੇ ਬੋਲ ਕੇ ਉਹਨਾਂ ਆਖਿਆ, ਲੇਖਾ ਹੋਏ ਤਾਂ ਲਿਖੀ ਹੈ, ਲੇਖੈ ਹੋਏ ਵਿਨਾਸ਼। ਇਹਨੂੰ ਪੜ੍ਹਨਾ ਹੈ, ਲੇਖਾ ਹੋਏ ਤਾਂ ਲਿਖੀ ਹੈ, ਇੱਥੇ ਵਿਸ਼ਰਾਮ ਆਏਗਾ। ਲੇਖੈ ਹੋਏ ਵਿਨਾਸ਼, ਇਹ ਜੇ ਇਸ ਚੀਜ਼ ਦਾ ਲੇਖਾ ਹੋ ਸਕੇ ਕਿ ਕਿੰਨੀਆਂ ਧਰਤੀਆਂ, ਕਿੰਨੇ ਆਕਾਸ਼ ਨੇ, ਕਿੰਨੇ ਪਤਾਲ ਨੇ, ਕੀ ਕੁਝ ਹੈ, ਜੇ ਇਸ ਚੀਜ਼ ਦਾ ਲੇਖਾ ਹੋ ਸਕੇ ਤੇ ਮੇਰੇ ਸੱਚੇ ਪਾਤਸ਼ਾਹ ਨੇ ਇਹ ਗੱਲ ਕਹੀ ਕਿ ਫਿਰ ਤੇ ਭਾਈ ਲੇਖਾ ਹੋਏ ਤਾਂ ਲਿਖੀ ਹੈ, ਲੇਖਿਆ ਹੋਏ ਵਿਨਾਸ਼। ਵੈਸੇ ਇੱਕ ਗੱਲ ਏ, ਗੁਰੂ ਨਾਨਕ ਸਾਹਿਬ ਬੜੀ ਦੂਰ ਦੀ ਸੋਚ ਰੱਖਦੇ ਸਨ। ਉਹਨਾਂ ਜਿਹੜੀ ਗੱਲ ਕੀਤੀ ਹੈ ਨਾ ਉਹ ਬੜੇ ਕਮਾਲ ਦੀ ਹੈ, ਕਿਉਂਕਿ ਅੱਜ ਜਿਹੜਾ ਵਿਗਿਆਨ ਹੈ ਉਹ ਇਹ ਗੱਲ ਕਹਿ ਰਿਹਾ ਹੈ ਕਿ ਇੱਥੇ ਰੋਜ਼ਾਨਾ ਜਿਹੜੀਆਂ ਨੇ ਉਹ ਅਣਗਿਣਤ ਧਰਤੀਆਂ ਬਣ ਰਹੀਆਂ ਨੇ, ਰੋਜ਼ਾਨਾ ਅਣਗਿਣਤ ਧਰਤੀਆਂ ਬਲੈਕ ਹੋਲ ਦੇ ਵਿੱਚ ਸਮਾ ਰਹੀਆਂ ਨੇ, ਉਹਨਾਂ ਦਾ ਨਾਸ਼ ਹੋ ਰਿਹਾ ਹੈ। ਲਗਾਤਾਰ ਇਸੇ ਤਰ੍ਹਾਂ ਹੀ ਇਹ ਚੱਲ ਰਿਹਾ ਹੈ। ਬਲੈਕ ਹੋਲ ਸਾਰਿਆਂ ਨੂੰ ਨਿਗਲਦਾ ਜਾ ਰਿਹਾ ਹੈ, ਇੱਕ ਪਾਸੇ ਤੋਂ ਉਤਪਤੀ ਹੋ ਰਹੀ ਹੈ, ਇੱਕ ਪਾਸੇ ਤੋਂ ਪਰਲੋ ਮਤਲਬ ਖਤਮ ਹੁੰਦਾ ਜਾ ਰਿਹਾ ਹੈ। ਉਤਪਤ ਪਰਲੋ ਸ਼ਬਦੇ ਹੋਵੇ, ਸ਼ਬਦੇ ਹੀ ਫਿਰ ਓਪਤ ਹੋਵੇ, ਗੁਰੂ ਸਾਹਿਬ ਦੇ ਬਚਨ ਦੇ ਪਾਵਨ ਬਾਣੀ ਦੇ। ਅਸਲ ਵਿੱਚ ਤਾਂ ਗੁਰੂ ਸਾਹਿਬ ਨੇ ਕਹਿ ਦਿੱਤਾ ਕਿ ਜੇ ਲੇਖਾ ਲਿਖਿਆ ਜਾ ਸਕਦਾ ਹੋਏ ਤੇ ਲੇਖਾ ਲਿਖਿਆ ਜਾਏ, ਪਰ ਜਿਹੜੀ ਚੀਜ਼ ਅੱਜ ਹੈ ਕੱਲ ਨੂੰ ਖਤਮ ਹੋ ਜਾਏਗੀ। ਜਾਂ ਮੈਂ ਇੱਕ ਹੋਰ ਤੁਹਾਨੂੰ ਇਹਦੀ ਉਦਾਹਰਨ ਦੇਵਾਂ ਕਿ ਜੇ ਗੁਰੂ ਸਾਹਿਬ ਨੇ ਲੱਖਾਂ ਦੀ ਗੱਲ ਕਹੀ ਹੁੰਦੀ ਕਿ ਲੱਖਾਂ ਧਰਤੀਆਂ ਨੇ, ਲੱਖਾਂ ਆਕਾਸ਼ ਨੇ, ਤੇ ਫਿਰ ਇਹਨਾਂ ਦੀ ਜਿਹੜੀ ਖਤਮ ਹੋ ਜਾਣੀਆਂ ਸੀ 99,99,999 ਤੇ ਆ ਕੇ ਇਹ ਗੱਲਾਂ ਖਤਮ ਹੋ ਜਾਣੀਆਂ ਸੀ। ਇਸ ਕਰਕੇ ਕਿਉਂਕਿ ਉਸ ਤੋਂ ਅੱਗੇ ਕਰੋੜ ਦੀ ਗਿਣਤੀ ਸ਼ੁਰੂ ਹੈ। ਗੁਰੂ ਨਾਨਕ ਸਾਹਿਬ ਨੇ ਵੈਸੇ ਬੜੀ ਕਮਾਲ ਕੀਤੀ। ਇਹਦੇ ਨਾਲ ਹੀ ਰਿਲੇਟਡ ਇਤਿਹਾਸ ਦੇ ਅੰਦਰ ਵੀ ਜ਼ਿਕਰ ਮਿਲਦਾ ਹੈ। ਜਦੋਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਮੇਰੇ ਬਗਦਾਦ ਮੱਕੇ ਮਦੀਨੇ ਵੱਲ ਗਏ, ਤੁਸੀਂ ਆਹ ਜਿਹੜੀ ਪੰਕਤੀ ਨਾ ਲਗਭਗ ਸਾਨੂੰ ਸਾਰਿਆਂ ਨੂੰ ਯਾਦ ਹੈ, ਸੁਨ ਮੁਨ ਨਗਰੀ ਭਈ ਦੇਖ ਪੀਰ ਭਇਆ ਹੈਰਾਨਾ। ਇਹ ਜਿਹੜਾ ਸ਼ਬਦ ਅਸੀਂ ਇਹ ਪੜ੍ਹਦੇ ਆ ਨਾ, ਇਹ ਭਾਈ ਗੁਰਦਾਸ ਜੀ ਦੀ ਪੌੜੀ ਹੈ। ਇਹ ਬੜੀ ਵਾਰ ਆਪ ਜੀ ਨੇ ਪੰਕਤੀ ਸੁਣੀ ਹੋਏਗੀ। ਵੈਸੇ ਉਹ ਇਹਨੂੰ ਸਥਾਈ ਜਿਹੜੀ ਉਹ ਇਸ ਤਰ੍ਹਾਂ ਰੱਖੀ ਜਾਂਦੀ ਹੈ ਕਿ ਸੁਨ ਮੁਨ ਨਗਰੀ ਭਈ। ਵੈਸੇ ਸੁਨ ਮੁਨ ਜਿਹੜਾ ਸ਼ਬਦ ਹੈ ਨਾ ਉਹ ਇੱਕ ਵਾਰ ਹੀ ਆਇਆ ਹੈ। ਜਿਹੜੇ ਬਚਨ ਇੱਥੇ ਫਿਰ ਜਦੋਂ ਗੁਰੂ ਸਾਹਿਬ ਪਹੁੰਚੇ ਨੇ ਉੱਥੇ ਬਗਦਾਦ, ਗੜ ਬਗਦਾਦ ਨਿਵਾਇਕ ਹੈ, ਸੌਰੀ ਫਿਰ ਬਾਬਾ ਗਿਆ ਬਗਦਾਦ ਨੂੰ ਬਾਹਰ ਜਾਏ ਕੀਆ ਅਸਥਾਨਾ, ਕਿਉਂਕਿ ਬਗਦਾਦ ਇੱਕ ਕਿਲੇਨੁਮਾ ਸ਼ਹਿਰ ਸੀ, ਦੀਵਾਰ ਦੇ ਅੰਦਰ ਸੀ। ਗੁਰੂ ਸਾਹਿਬ ਨੇ ਬਾਹਰਲੇ ਪਾਸੇ ਬਗਦਾਦ ਦੇ ਜਿਹੜਾ ਆਪਣਾ ਉਹ ਟਿਕਾਣਾ ਕਰ ਲਿਆ, ਉੱਥੇ ਮੇਰੇ ਸੱਚੇ ਪਾਤਸ਼ਾਹ ਜਾ ਕੇ ਬੈਠ ਗਏ। ਜਿਹਨੂੰ ਭਾਈ ਗੁਰਦਾਸ ਜੀ ਨੇ ਆਖਿਆ ਨਾ ਕਿ ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ। ਇੱਕ ਬਾਬਾ ਅਕਾਲ ਰੂਪ ਆਪ ਤੇ ਦੂਜਾ ਉਸ ਬਾਬੇ ਦਾ ਜਿਹੜਾ ਸਾਥੀ ਹੈ ਨਾ ਉਹ ਭਾਈ ਮਰਦਾਨਾ ਵੀ ਬਾਬੇ ਦੇ ਨਾਲ ਹੈ। ਦਿੱਤੀ ਬਾਂਗ ਨਿਵਾਜ਼ ਕਰ ਸੁਨ ਸਮਾਨ ਹੋਆ ਜਹਾਨਾ, ਸੁਨ ਮੁਨ ਨਗਰੀ ਭਈ ਦੇਖ ਪੀਰ ਪਿਆ ਹੈਰਾਨਾ। ਉੱਥੇ ਦਿੱਤੀ ਬਾਂਗ, ਬਾਂਗ ਇਹ ਨਹੀਂ ਕਿ ਗੁਰੂ ਸਾਹਿਬ ਨੇ ਜਿਵੇਂ ਉਹ ਬਾਂਗ ਉਹ ਦਿੰਦੇ ਨੇ ਇਸਲਾਮ ਵਾਲੇ ਉਸ ਤਰ੍ਹਾਂ ਬਾਂਗ ਨਹੀਂ ਦਿੱਤੀ। ਗੁਰੂ ਸਾਹਿਬ ਨੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਦਾ ਅਲਾਪ ਕੀਤਾ। ਅਲਾਪ, ਉਹ ਜਦੋਂ ਅਲਾਪ ਗੁਰਬਾਣੀ ਦਾ ਹੋਇਆ ਤੇ ਉਹ ਸਾਰੇ ਸੁੰਨ ਮੁੰਨ ਹੋ ਗਈ। ਉੱਥੇ ਵਿਸਮਾਦ ਦੇ ਅੰਦਰ ਆ ਗਏ ਸਾਰੇ। ਵੇਖਿਆ ਧਿਆਨ ਲਗਾਏ ਕਰ ਇੱਕ ਫਕੀਰ ਵੱਡਾ ਮਸਤਾਨਾ। ਉੱਥੇ ਜਿਹੜਾ ਹੋਇਆ ਨਾ ਪੀਰ, ਉਹਦਾ ਨਾਂ ਸੀ ਦਸਤਗੀਰ। ਇਹ ਜਿਹੜੀ ਸਾਖੀ ਹੈ ਨਾ ਇਤਿਹਾਸ, ਇਹ ਦਸਤਗੀਰ ਦੇ ਨਾਲ ਹੀ ਸੰਬੰਧਤ ਹੈ। ਦਸਤਗੀਰ ਬੜਾ ਹੈਰਾਨ ਹੋਇਆ, ਉਹਨੇ ਪੁੱਛਿਆ ਕੌਣ ਫਕੀਰ ਕਿਸਕਾ, ਪੁੱਛਿਆ ਫਿਰ ਕਹਿ ਦਸਤਗੀਰ ਕੌਣ ਫਕੀਰ ਕਿਸਕਾ ਘਰਿਆਣਾ। ਉਹਨੇ ਪੁੱਛਿਆ ਕੌਣ ਫਕੀਰ ਹੈ, ਇਹਦਾ ਘਰਾਣਾ ਕੀ ਹੈ, ਕਿਹੜੇ ਘਰਾਣੇ ਦੇ ਵਿੱਚੋਂ ਇਹ ਫਕੀਰ ਹੈ ਜਿਹੜਾ ਉਹ ਆਇਆ ਬਗਦਾਦ ਦੇ ਅੰਦਰ ਤੇ ਇੰਨਾ ਕੁਝ ਹੋਇਆ। ਨਾਨਕ ਕਲ ਵਿੱਚ ਆਇਆ। ਇਹਦੇ ਭਾਈ ਮਰਦਾਨੇ ਨੇ ਫਿਰ ਜਵਾਬ ਦਿੱਤਾ ਸੀ ਉੱਥੇ। ਗੁਰੂ ਨਾਨਕ ਸਾਹਿਬ ਨਹੀਂ ਬੋਲੇ ਜਦੋਂ ਇਹਨੇ ਸਵਾਲ ਪੁੱਛਿਆ ਨਾ ਕੌਣ ਫਕੀਰ, ਇਹਦਾ ਘਰਾਣਾ ਕਿਹੜਾ ਹੈ, ਕੌਣ ਹੈ, ਤੇ ਮਰਦਾਨੇ ਨੇ ਅੱਗੋਂ ਜਵਾਬ ਦਿੱਤਾ ਸੀ ਨਾਨਕ ਕਲ ਵਿੱਚ ਆਇਆ, ਕਿ ਗੁਰੂ ਨਾਨਕ ਸਾਹਿਬ ਕਲ ਵਿੱਚ ਆਏ ਨੇ। ਰੱਬ ਫਕੀਰ ਇੱਕੋ ਪਹਿਚਾਨਾ, ਉੱਥੇ ਕੋਈ ਅੰਤਰ ਨਹੀਂ। ਉੱਥੇ ਰੱਬ ਤੇ
फकीर गुरु नानक साहब ते रब इक्को ही है, इहदे अंदर कोई अंतर नहीं। धरत आकाश चहूं दिस जाना, धरती आकाश हर पासे ने इस गल नूं समझ लिया है कि गुरु नानक साहब ते परमात्मा एक, ये कोई होर नहीं, ये गुरु नानक। उस तो बाद फिर जिहड़ियां गल्लां बातां चलियां, फिर ये 36ਵੀਂ पौड़ी है भाई गुरदास जी की पहली वार दी, जिहदे अंदर भाई साहब ने आख्या, पुछे पीर तकरार कर ਇਹ फकीर ਵੱਡਾ ਅਤਾਈ, इत्थे विच बगदाद दे वड्डी करामात दिखाई। ये 36ਵੀਂ पौड़ी है, ਇਹਦੇ अंदर पाताला पाताल ਦਾ ਜਿਹੜਾ ਜ਼ਿਕਰ ਇਹਨਾਂ ਘਟਨਾ ਦਾ ਉਹ ਭਾਈ ਗੁਰਦਾਸ ਜੀ ਨੇ ਕੀਤਾ ਹੈ। ਕਹਿੰਦੇ ਇੱਥੇ ਵਿੱਚ ਬਗਦਾਦ ਦੇ ਵੱਡੀ ਕਰਾਮਾਤ ਦਿਖਾਈ, ਪਾਤਾਲਾ ਆਕਾਸ਼ ਲੱਖ ਓੜਕ ਭਾਲ ਖਬਰ ਸੁਣਾਈ। ਕਿ ਬਾਬਾ ਇੱਥੇ ਆ ਕੇ, ਕਿਉਂਕਿ ਇਹ ਜਿਹੜੀ ਪੌੜੀ ਕੁਝ ਇਤਿਹਾਸਕਾਰਾਂ ਨੇ ਆਖਿਆ ਕਿ ਉੱਥੇ ਬਗਦਾਦ ਦੇ ਵਿੱਚ ਇਹ ਪੌੜੀ ਉਚਾਰੀ ਗਈ ਜਾਂ ਇਸ ਪੌੜੀ ਦਾ ਗੁਰੂ ਨਾਨਕ ਸਾਹਿਬ ਨੇ ਉੱਥੇ ਕੀਰਤਨ ਕੀਤਾ। ਕਿਉਂਕਿ ਮੈਂ ਇੰਨਾ ਇਤਿਹਾਸਕਾਰ ਤੇ ਨਹੀਂ ਆ, ਮੈਂ ਕਹਿ ਸਕਦਾ ਜਾਂ ਪੌੜੀ ਉੱਥੇ ਉਚਾਰੀ ਗਈ ਜਾਂ ਗੁਰੂ ਨਾਨਕ ਸਾਹਿਬ ਨੇ ਉੱਥੇ ਇਸ ਪੌੜੀ ਦਾ ਜਿਹੜਾ ਕੀਰਤਨ ਕੀਤਾ, ਇਹਨਾਂ ਸੁਣਿਆ ਤੇ ਸੁਣ ਕੇ ਕਹਿੰਦੇ ਵੀ ਪਾਤਾਲਾ ਆਕਾਸ਼ ਲੱਖ ਓੜਕ ਭਾਲ ਖਬਰ ਸੁਣਾਈ। ਤੇ ਜਿਹੜੇ ਅਗਲੇ ਬੋਲ ਨੇ ਉਹ ਫਿਰ ਉਹਨਾਂ ਨੇ ਕਹੇ, ਜਿਹੜੇ ਅਗਲੇ ਬਚਨ ਸਨ ਆਪਸ ਵਿੱਚ, ਕਿਉਂਕਿ ਗੱਲਾਂ ਬਾਤਾਂ ਹੋ ਰਹੀਆਂ ਨੇ ਤੇ ਇਹਨਾਂ ਗੱਲਾਂ ਬਾਤਾਂ ਦੇ ਵਿੱਚ ਹੀ ਪਤਾ ਲੱਗਦਾ। ਸਹਿਸ ਅਠਾ ਜਿਹੜੇ ਬਚਨ ਕਹੇ ਨਾ, ਆਖਿਆ ਕਿ ਪਾਤਾਲਾ ਆਕਾਸ਼ ਲੱਖ ਓੜਕ ਭਾਲ ਖਬਰ ਸੁਣਾਈ, ਫੇਰ ਦਰਾਇਨ ਦਸਤਗੀਰ ਅਸੀਂ ਵੀ ਵੇਖਾਂ ਜੋ ਤੋਹੇ ਪਾਈ। ਆਖਿਆ ਕਿ ਸਾਨੂੰ ਵੀ ਦਿਖਾ, ਜੇ ਤੂੰ ਲੱਖਾਂ ਦੀ ਗੱਲ ਕਰ ਰਿਹਾ ਹੈ, ਜੇ ਤੂੰ ਕਰੋੜਾਂ ਦੀ ਗੱਲ ਕਰ ਰਿਹਾ ਹੈ, ਕਿਉਂਕਿ ਅਸੀਂ ਸਾਡਿਆਂ ਨੇ ਤੇ ਕਤੇਬਾਂ ਨੇ ਕਹਿ ਦਿੱਤਾ 18,000 ਏ, ਤੇ ਤੂੰ ਤੇ ਅਣਗਿਣਤ ਦੀ ਗੱਲ ਕਰ ਰਿਹਾ ਹੈ। ਗੁਰੂ ਨਾਨਕ ਸਾਹਿਬ ਨੂੰ ਜਿਹੜੇ ਬੋਲ ਕੇ, ਤੇ ਤੂੰ ਤੇ ਅਣਗਿਣਤ ਦੀ ਗੱਲ ਕਰ ਰਿਹਾ ਹੈ, ਵੀ ਸਾਨੂੰ ਇਹਦੇ ਬਾਰੇ ਦੱਸ, ਇਹ ਜਿਹੜੀਆਂ ਲੱਖਾਂ ਜਾਂ ਕਰੋੜਾਂ ਜਾਂ ਅਣਗਿਣਤ ਜਿਨ੍ਹਾਂ ਦੀ ਤੂੰ ਗੱਲ ਕਰ ਰਿਹਾ। ਗੁਰੂ ਸਾਹਿਬ ਨੇ ਨਾ, ਇਹ ਦਸਤਗੀਰ ਦਾ ਪੁੱਤਰ ਸੀ, ਕਹਿੰਦੇ ਇਹਨੂੰ ਆਪਣੇ ਨਾਲ ਲਿਆ, ਇਹਨੂੰ ਆਖਿਆ ਕਿ ਇਹਦੀ ਬਾਂਹ ਫੜ ਲਈ ਮੇਰੇ ਪਾਤਸ਼ਾਹ ਨੇ, ਬਾਂਹ ਫੜ ਕੇ ਇਹਨੂੰ ਕਹਿੰਦੇ ਵੀ ਏਦਾਂ ਕਰ, ਆਪਣੀਆਂ ਅੱਖਾਂ ਬੰਦ ਕਰ। ਉਹਨੂੰ ਅੱਖਾਂ ਮੀਟ ਲਾ, ਅੱਖਾਂ ਬੰਦ ਕਰ ਲੈ। ਇਹਨੇ ਤੈਨੂੰ ਅੱਖਾਂ ਬੰਦ ਕਰ ਲਈਆਂ। ਇੱਕ ਤਰੀਕਾ ਹੁੰਦਾ ਹੈ ਸੁਰਤੀ ਨੂੰ ਜੋੜਨ ਦਾ, ਅੱਖਾਂ ਬੰਦ ਕਰਕੇ, ਕਿਉਂਕਿ ਅੰਦਰਲਾ ਸੰਸਾਰ ਤਾਂ ਹੀ ਨਜ਼ਰ ਆਏਗਾ ਜੇ ਬਾਹਰਲੇ ਸੰਸਾਰ ਦੇ ਵੱਲੋਂ ਅੱਖਾਂ ਜਿਹੜੀਆਂ ਉਹ ਬੰਦ ਹੋਣਗੀਆਂ। ਉਹ ਕਹਿੰਦੇ ਹੋਇਆ ਕਿ ਜਦੋਂ ਦਸਤਗੀਰ ਨੇ ਇਹ ਗੱਲ ਕਹੀ ਨਾ ਕਿ ਮੈਨੂੰ ਵੀ ਦਿਖਾ, ਤੇ ਗੁਰੂ ਨਾਨਕ ਸਾਹਿਬ ਨੇ ਨਾ ਇਹਦੇ ਪੁੱਤਰ ਨੂੰ ਆਪਣੇ ਕੋਲ ਲਿਆ। ਇਹਦਾ ਪੁੱਤਰ ਦਸਤਗੀਰ ਦਾ ਨਾਲ ਲੇਤਾ ਬੇਟਾ ਪੀਰ ਦਾ, ਅੱਖੀ ਮੀਟ ਗਿਆ ਹਵਾਈ। ਅੱਖੀ ਮੀਟ, ਹਵਾਈ ਦਾ ਭਾਵ ਹੈ ਆਕਾਸ਼। ਅੱਖੀ ਮੀਟ ਗਿਆ ਹਵਾਈ, ਅੱਖਾਂ ਗੁਰੂ ਸਾਹਿਬ ਨੇ ਬੰਦ ਕਰਵਾਈਆਂ ਤੇ ਆਕਾਸ਼ਾਂ ਦੇ ਵਿੱਚ ਇਹਨੂੰ ਲੈ ਗਏ। ਇੱਕ ਪਲ ਦੇ ਅੰਦਰ ਹੀ ਆਕਾਸ਼ਾਂ ਵਿੱਚ ਲੈ ਗਏ। ਲੱਖ ਆਕਾਸ਼ ਪਤਾਲ ਲੱਖ, ਅੱਖ ਫਰੰਕ ਵਿੱਚ ਸਭ ਦਿਖਲਾਈ। ਅੱਖ ਫਰੰਕ ਕਹਿੰਦੇ ਨੇ, ਅਸੀਂ ਇੱਕ ਵਾਰ ਅੱਖ ਬੰਦ ਕਰਕੇ ਖੋਲਦੇ ਆ ਨਾ, ਉਹਨੂੰ ਕਹਿੰਦੇ ਅੱਖ ਫਰੰਕ। ਮਤਲਬ ਅੱਖ ਝਮਕਣ ਦੇ ਜਿੰਨੇ ਸਮੇਂ ਦੇ ਅੰਦਰ ਹੀ ਗੁਰੂ ਸਾਹਿਬ ਨੇ ਲੱਖਾਂ ਧਰਤੀਆਂ, ਲੱਖਾਂ ਆਕਾਸ਼, ਅਣਗਿਣਤ ਜੋ ਕੁਝ ਵੀ ਹੈ, ਉਹ ਇੱਕ ਪਲ ਅੱਖ ਦੇ ਇੱਕ ਝਮਕਣ ਜਿੰਨੇ ਸਮੇਂ ਦੇ ਅੰਦਰ ਗੁਰੂ ਸਾਹਿਬ ਨੇ ਇਹਨੂੰ ਦਿਖਾ ਦਿੱਤਾ, ਦਸਤਗੀਰ ਦੇ ਪੁੱਤਰ ਨੂੰ। ਹੁਣ ਇੱਕ ਗੱਲ ਹੋਰ ਵੀ ਇੱਥੇ ਲਿਖੀ ਗਈ, ਕਹਿੰਦੇ ਫਿਰ ਇਹ ਸੋਚਿਆ ਗੁਰੂ ਸਾਹਿਬ ਨੇ ਵੀ ਕੀ ਪਤਾ ਦਸਤਗੀਰ ਇਹਨੇ ਆਪਣੇ ਪੁੱਤਰ ਦੀ ਗੱਲ ਹੀ ਨਹੀਂ ਮੰਨਣੀ। ਦਸਤਗੀਰ ਨੇ ਜਿਹਦੇ ਪੁੱਤਰ ਨੇ ਦੱਸਿਆ, ਲੱਖਾਂ ਪਤਾਲਾਂ ਇੱਕ ਪਲ ਦੇ ਅੰਦਰ ਦਿਖਾ ਕੇ ਭਰ ਕਚਕੋਲ ਪ੍ਰਸਾਦ ਦਾ। ਕਚਕੋਲ ਕਹਿੰਦੇ ਨੇ ਇੱਕ ਕੌਲਾ ਕਹਿ ਲਈਏ ਆਪਾਂ, ਭਰ ਕਚਕੌਲ ਪ੍ਰਸਾਦ ਦਾ। ਧੁਰੋਂ ਪਤਾਲੋਂ ਲਈ ਕੜਾਹੀ, ਉਥੋਂ ਧੁਰੋਂ ਪਤਾਲ ਦੇ ਵਿੱਚੋਂ ਕਹਿੰਦੇ ਇੱਕ ਪ੍ਰਸਾਦ ਦਾ ਕੌਲਾ ਭਰ ਕੇ ਨਾਲ ਦਸਤਗੀਰ ਦੇ ਮੁੰਡੇ ਦੇ ਹੱਥ ਦੇ ਵਿੱਚ ਫੜਾ ਦਿੱਤਾ। ਤੇ ਫੜਾਉਣ ਦਾ ਕਾਰਨ ਇਹੀ ਸੀ ਕਿ ਉਹਨੂੰ ਪਤਾ ਲੱਗੇ ਕਿ ਹਾਂ, ਇਹਨੂੰ ਇੰਨੀਆਂ ਧਰਤੀਆਂ, ਇੰਨੇ ਆਕਾਸ਼ ਦਿਖਾਏ ਨੇ, ਜ਼ਾਹਰ ਕਲਾ ਨਾਲ ਛਪੈ ਛਪਾਈ। ਭਾਈ ਗੁਰਦਾਸ ਜੀ ਕਹਿੰਦੇ ਇਹ ਸੱਚ, ਉਹ ਜਿਹੜੀ ਜ਼ਾਹਰ ਕਲਾ ਉਹ ਛਪਾਇਆ ਨਹੀਂ ਛੁਪਦੀ, ਉਹ ਕਦੇ ਖਤਮ ਨਹੀਂ ਹੁੰਦੀ। ਕਹਿਣ ਦਾ ਭਾਵ ਇਹ ਹੈ ਕਿ ਜੇ ਅਸੀਂ ਸਿਰਫ ਲੱਖਾਂ ਤੱਕ ਰਹਿ ਜਾਵਾਂਗੇ, ਤੇ ਸਾਨੂੰ ਹੁਣ ਇਸ ਗੱਲ ਦਾ ਪਤਾ ਹੈ ਕਿ ਲੱਖਾਂ ਧਰਤੀਆਂ ਤੇ ਸ਼ਾਇਦ ਸਾਡੇ ਇਸ ਆਕਾਸ਼ ਗੰਗਾ, ਜਿਹੜੀ ਆਕਾਸ਼ ਗੰਗਾ ਦੇ ਅੰਦਰ ਧਰਤੀ ਹੈ, ਲੱਖਾਂ ਤੇ ਸ਼ਾਇਦ ਇਹਦੇ ਅੰਦਰ ਹੀ ਹੋਣਗੀਆਂ। ਲੱਖਾਂ ਧਰਤੀਆਂ ਤੇ ਲੱਖਾਂ ਆਕਾਸ਼ ਜਿਹੜੇ ਨੇ ਉਹ ਤੇ ਇਹਦੇ ਅੰਦਰ ਹੀ ਹੋਣਗੇ। ਉਸ ਤੋਂ ਬਾਅਦ
ਗੁਰੂ ਸਾਹਿਬ ਨੇ ਜਿਹੜੀ ਆਪਣੀ ਗੱਲ ਕਹੀ ਨਾ, ਮੈਂ ਫਿਰ ਦੁਬਾਰਾ ਤੁਹਾਨੂੰ ਇਹ ਪੌੜੀ ਜਿਹੜੀ ਸੁਣਾ ਕੇ ਤੇ ਸਮਾਪਤੀ ਵਾਲੇ ਪਾਸੇ ਆਵਾਂਗਾ। ਮੈਂ ਗੁਰੂ ਸਾਹਿਬ ਨੇ ਆਖਿਆ ਹੈ, ਪਾਤਾਲ ਲੱਖ, ਇਹ ਤੁਹਾਡੇ ਹੁਣ ਸਕਰੀਨ ਤੇ ਪੌੜੀ ਆ ਰਹੀ ਹੈ, ਦੇਖੋ ਧਿਆਨ ਨਾਲ। ਪਾਤਾਲ ਲੱਖ ਆਗਾਸਾਂ, ਵੇਖੋ ਪੱਪੇ ਨੂੰ ਵੀ ਕੰਨਾ ਹੈ, ਤੱਤੇ ਨੂੰ ਵੀ ਕੰਨਾ, ਲੱਲੇ ਨੂੰ ਵੀ ਪਹਿਲਾ ਜਿਹੜਾ ਹੈ ਨਾ, ਉੱਥੇ ਪੱਪੇ ਨੂੰ ਵੀ ਕੰਨਾ ਹੈ, ਤੱਤੇ ਨੂੰ ਵੀ ਕੰਨਾ ਹੈ ਤੇ ਲੱਲਾ ਹੈ। ਫਿਰ ਐੜੇ ਨੂੰ ਵੀ ਕੰਨਾ ਹੈ, ਗੱਗੇ ਨੂੰ ਵੀ ਕੰਨਾ ਹੈ ਤੇ ਸੱਸੇ ਨੂੰ ਵੀ ਕੰਨਾ ਹੈ। ਪਾਤਾਲ ਲੱਖ ਆਗਾਸਾ ਆਗਾਸ। ਜੋ ਪਹਿਲਾਂ ਮੁਹਾਰਨੀ ਕਰਾਈ ਗਈ ਨਾ, ਇਹ ਮੁਹਾਰਨੀ ਇਸੇ ਲਈ ਹੁੰਦੀ ਹੈ ਕਿ ਇਹਦੇ ਨਾਲ ਨਾ ਸਾਨੂੰ ਸਮਝ ਆ ਜਾਂਦੀ ਹੈ ਪੂਰੀ ਕਿ ਐੜੇ ਦੇ ਕੰਨੇ ਨੂੰ ਐੜਾ ਮੁਕਤਾ ਕਿਵੇਂ ਬੋਲਣਾ ਹੈ ਤੇ ਕੰਨਾ ਜਿਹੜਾ ਹੈ ਉਹਨੂੰ ਕਿਵੇਂ ਬੋਲਣਾ ਹੈ। ਇੱਥੇ ਹੁਣ ਆਗਾਸਾ ਆਗਾਸ। ਫਿਰ ਆਖਿਆ ਓੜਕ, ਊੜੇ ਦਾ ਮੂੰਹ ਖੁੱਲਾ ਹੈ। ਤੁਹਾਨੂੰ ਪਹਿਲੇ ਦਿਨ ਭਾਈ ਲਖਬੀਰ ਸਿੰਘ ਜੀ ਨੇ ਦੱਸਿਆ ਹੈ ਕਿ ਊੜਾ ਜਿਹੜਾ ਹੈ ਨਾ, ਇਹਨੂੰ ਹੋੜਾ ਲੱਗਦਾ ਹੈ। ਊੜੇ ਨੂੰ ਗੁਰਬਾਣੀ ਵਿੱਚ ਹੋੜਾ ਲੱਗਣ ਦਾ ਭਾਵ ਹੈ ਜਦੋਂ ਊੜੇ ਦਾ ਮੂੰਹ ਖੁੱਲਾ ਹੈ ਨਾ, ਇੱਥੇ ਦੇਖੋ ਤੁਸੀਂ, ਊੜੇ ਦਾ ਜਿਹੜਾ ਮੂੰਹ ਹੈ ਉਹ ਖੁੱਲਾ ਹੋਇਆ ਹੈ, ਇਸ ਕਰਕੇ ਇਹਨੂੰ ਓੜਕ ਪੜਨਾ ਹੈ। ਉਹ ਲੰਮਾ ਥੋੜਾ ਜਿਹਾ ਕਰਕੇ ਨਾ, ਓੜਕ ਓੜਕ ਭਾਲ ਥੱਕੇ ਵੇਦ ਕਹਿਣ ਇੱਕ ਬਾਤ। ਇੱਕੋ ਜ਼ੁਬਾਨ ਨਾਲ ਵੇਦ ਇਹ ਗੱਲ ਕਹਿ ਰਹੇ ਨੇ ਕਿ ਲੱਖਾਂ ਧਰਤੀਆਂ ਨੇ ਤੇ ਲੱਖਾਂ ਆਕਾਸ਼ ਹਨ। ਸਹਸ, ਸਹਸ, ਇੱਥੇ ਸੱਸਾ ਵੀ ਮੁਕਤਾ ਹੈ, ਹਾਹਾ ਵੀ ਤੇ ਫਿਰ ਸੱਸਾ ਵੀ। ਮੁਕਤੇ ਦਾ ਭਾਵ ਹੁੰਦਾ ਜਿਹਨੂੰ ਕੋਈ ਕੰਨਾ ਸਿਹਾਰੀ ਬਿੰਦੀ ਟਿੱਪੀ ਕੁਛ ਨਾ ਲੱਗਾ ਹੋਵੇ, ਕੋਈ ਵੀ ਮਾਤਰਾ ਜਿਹਦੇ ਨਾਲ ਨਾ ਹੋਵੇ, ਉਹਨੂੰ ਮੁਕਤਾ ਕਿਹਾ ਜਾਂਦਾ ਹੈ। ਇੱਥੇ ਹੈ, ਇਹਨੂੰ ਵੈਸੇ ਪੜਨ ਲੱਗਿਆ ਕਈ ਸਹਿਸ ਪੜਦੇ ਨੇ, ਪਰ ਜੇ ਮੁਕਤੇ ਆ ਤੇ ਹਾਹਾ ਮੁਕਤਾ ਤੇ ਹ ਹੀ ਪੜਿਆ ਜਾਏਗਾ, ਸੱਸਾ ਮੁਕਤਾ ਸ ਪੜਿਆ ਜਾਏਗਾ। ਸਹਸ 18 ਕਹਿਨ ਕਤੇਬਾਂ, 18,000 ਕਤੇਬਾਂ ਕਹਿ ਰਹੀਆਂ ਨੇ। ਸਹਸ 18 ਕਹਿਨ ਕਤੇਬਾਂ। ਅਸਲੂ, ਐੜਾ ਸੱਸੇ ਨੂੰ ਇੱਕ ਔਂਕੜੇ, ਲੱਲੇ ਨੂੰ ਦੋਏ। ਅਸਲੂ ਇੱਕ ਧਾਤ, ਸਾਰਿਆਂ ਦਾ ਮੁੱਢ ਇੱਕ। ਲੇਖਾ ਹੋਏ ਤਾਂ ਲਿਖੀ ਹੈ। ਹੁਣ ਗੁਰੂ ਨਾਨਕ ਸਾਹਿਬ ਇੱਥੇ ਕਹਿ ਰਹੇ ਨੇ ਕਿ ਜੇ ਲੇਖਾ ਇਸ ਚੀਜ਼ ਦਾ ਲਿਖਿਆ ਜਾ ਸਕਦਾ ਹੈ ਤੇ ਤਾਂ ਹੀ ਹੈ ਕਿਉਂਕਿ ਲੇਖਾ ਹੋਏ ਵਿਨਾਸ਼। ਮੈਂ ਅੱਗੇ ਜਿਹੜੀ ਗੱਲ ਕਹਿ ਚੁੱਕਿਆ ਕਿ ਲੱਖਾਂ ਧਰਤੀਆਂ ਨੇ, ਲੱਖਾਂ ਆਕਾਸ਼ ਨੇ, ਲੱਖਾਂ ਪਤਾਲ ਨੇ, ਤੇ ਇਹਦਾ ਲੇਖਾ ਤਾਂ ਨਹੀਂ ਲਿਖਿਆ ਜਾ ਸਕਦਾ ਕਿਉਂਕਿ ਰੋਜ਼ਾਨਾ ਹਜ਼ਾਰਾਂ ਖਤਮ ਹੋ ਰਹੀਆਂ ਨੇ, ਹਜ਼ਾਰਾਂ ਨਵੀਆਂ ਜਾਂ ਸੈਂਕੜੇ ਖਤਮ ਹੋ ਰਹੀਆਂ ਨੇ, ਸੈਂਕੜੇ ਨਵੀਆਂ ਪਰਮਾਤਮਾ ਵੱਲੋਂ ਬਣਾਈਆਂ ਜਾ ਰਹੀਆਂ। ਇਹਦਾ ਲੇਖਾ ਨਹੀਂ ਹੋ ਸਕਦਾ। ਲੇਖਾ ਹੋਏ ਤਾਂ ਲਿਖੀ ਹੈ, ਲੇਖਾ ਹੋਏ ਵਿਨਾਸ਼। ਫਿਰ ਆਖਿਆ ਨਾਨਕ, ਇਹ ਜਿਹੜਾ ਨਾਨਕ ਇਹ ਸੰਬੋਧਨ ਹੈ, ਇੱਥੇ ਥੋੜਾ ਜਿਹਾ ਰੁਕਣਾ ਹੈ। ਨਾਨਕ ਵੱਡਾ ਆਖੀਐ, ਜਿਸ ਵਾਹਿਗੁਰੂ ਨੂੰ, ਜਿਸ ਪਰਮਾਤਮਾ ਨੂੰ ਵੱਡਾ ਕਿਹਾ ਜਾਂਦਾ ਹੈ, ਆਪੇ ਜਾਣੈ ਆਪ। ਉਹ ਆਪ ਜਾਣਦਾ ਹੈ ਕਿ ਕਿੰਨੀਆਂ ਧਰਤੀਆਂ ਨੇ ਤੇ ਕਿੰਨੇ ਆਕਾਸ਼ ਨੇ। ਕਿੰਨੀ ਕਮਾਲ ਦੀ ਗੱਲ ਗੁਰੂ ਨਾਨਕ ਸਾਹਿਬ ਨੇ ਕਰ ਦਿੱਤੀ ਇੱਥੇ ਕਿ ਬਣਾਉਣ ਵਾਲੇ ਨੂੰ ਪਤਾ ਹੈ, ਜਿਹੜਾ ਬਣਾ ਵੀ ਰਿਹਾ ਹੈ, ਕ੍ਰੀਏਟ ਵੀ ਕਰ ਰਿਹਾ ਹੈ, ਡਿਸਟਰੋਏ ਵੀ ਕਰ ਰਿਹਾ ਹੈ, ਉਹਨੂੰ ਪਤਾ ਹੈ ਕਿ ਮੈਂ ਰੋਜ਼ ਦੀਆਂ ਕਿੰਨੀਆਂ ਬਣਾ ਰਿਹਾ, ਕਿੰਨੀਆਂ ਡਿਸਟਰੋਏ ਕਰ ਰਿਹਾ, ਤੇ ਹੁਣ ਇਸ ਵੇਲੇ ਕਿੰਨੀਆਂ ਨੇ ਤੇ ਅਗਲੇ ਪਲ ਵਿੱਚ ਕਿੰਨੀਆਂ ਰਹਿਣਗੀਆਂ। ਗੁਰੂ ਨਾਨਕ ਸਾਹਿਬ ਨੇ ਵੇਖੋ ਕਿੱਡੇ ਕਮਾਲ ਦੇ ਬੋਲ ਕਹਿ ਦਿੱਤੇ। ਅੱਜ ਵੀ ਦੁਨੀਆ ਇਸ ਚੀਜ਼ ਨੂੰ ਲੱਭਣ ਨੂੰ ਫਿਰਦੀ ਹੈ ਕਿ ਜਿਹੜੀ ਕਿੰਨੀਆਂ ਧਰਤੀਆਂ, ਕਿੰਨੇ ਖੰਡ ਬ੍ਰਹਿਮੰਡ, ਆਪਣੀ ਆਕਾਸ਼ ਗੰਗਾ ਬਾਰੇ ਨਹੀਂ ਅਸੀਂ ਅਜੇ ਤੱਕ ਜਾਣ ਸਕੇ, ਤੇ ਵਿਗਿਆਨੀ ਇਸ ਗੱਲ ਨੂੰ ਮੰਨਦੇ ਨੇ ਇੰਨੀਆਂ ਆਕਾਸ਼ ਗੰਗਾ ਲੱਖਾਂ ਕਰੋੜਾਂ ਵੀ ਹੋ ਸਕਦੀਆਂ ਨੇ। ਹੋਰ ਵੀ ਇਹ ਅਸਲੀਅਤ ਹੈ। ਹੁਣ ਜਿਹੜੇ ਬਚਨ ਇੱਥੇ ਗੁਰੂ ਸਾਹਿਬ ਨੇ ਕਹੇ ਨੇ ਨਾ, ਉਹ ਆਪ ਜਾਣਦਾ ਏ ਕਿ ਕਿੰਨੀਆਂ ਪੰਗਤ ਵਾਹਿਗੁਰੂ, ਕਿੰਨੀਆਂ ਧਰਤੀਆਂ ਨੇ ਤੇ ਕਿੰਨੇ ਆਕਾਸ਼ ਹਨ। ਇਹ ਉਹਨੂੰ ਹੀ ਪਤਾ ਹੈ, ਉਹ ਹੀ ਇਸ ਗੱਲ ਨੂੰ ਜਾਣਦਾ ਹੈ, ਉਹੀ ਇਸ ਚੀਜ਼ ਨੂੰ ਜੋ ਹੈ ਉਹ ਸਮਝਦਾ ਹੈ ਜਿਹਨੇ ਬਣਾਇਆ ਹੈ। ਤੇ ਦੂਜਾ ਕਹਿੰਦੇ ਇਸ ਚੀਜ਼ ਨੂੰ ਕਦੇ ਵੀ ਜਿਹੜਾ ਹੈ ਉਹ ਨਹੀਂ ਸਮਝ ਸਕਦਾ। ਇਹ ਇੱਕ 22ਵੀਂ ਪੌੜੀ, ਕਿਉਂਕਿ ਇਹਦੀ ਵਿਚਾਰ ਥੋੜੇ ਜਿਹੇ ਇਤਿਹਾਸਕ ਸਨ ਤੇ ਮਨ ਦੇ ਅੰਦਰ ਆਇਆ ਕਿ ਇਹਦੀ ਵਿਚਾਰ ਜਿਹੜੀ ਹੈ ਉਹ ਕੀਤੀ ਜਾਏ, ਤੇ ਇਸ ਕਰਕੇ ਥੋੜਾ ਜਿਹਾ ਸੀ ਕਿਉਂਕਿ ਇਹਦੀ ਇਸ ਪੌੜੀ ਕਰਕੇ ਸਾਡੀ ਸੋਚ ਜਿਹੜੀ ਹੈ ਉਹ ਵੀ ਬੜੀ ਹੈ। ਅਸੀਂ ਬੜੀ ਵਾਰ ਇਸ ਪੌੜੀ ਦੇ ਬਾਰੇ ਸੋਚਦੇ ਹਾਂ, ਇਸ ਪੌੜੀ ਦੇ ਬਾਰੇ ਅਸੀਂ ਵਿਚਾਰਾਂ ਇੱਕ ਦੂਜੇ ਨਾਲ ਕਰਦੇ ਹਾਂ ਕਿ ਗੁਰੂ ਨਾਨਕ ਸਾਹਿਬ ਨੇ ਕੀ ਕਿਹਾ ਹੈ ਜਾਂ ਗੁਰੂ ਨਾਨਕ ਸਾਹਿਬ ਨੇ ਕਿਸ ਤਰ੍ਹਾਂ ਕਿਹਾ। ਖੈਰ ਇਹਨੂੰ ਹੋਰ ਵੀ ਵਿਚਾਰਨ ਦੀ ਲੋੜ ਹੈ। ਅਜੇ ਮੈਂ ਇੱਕ ਹੋਰ ਬੇਨਤੀ ਕਰਾਂ ਕਿ ਅਸੀਂ
ਇਹ ਗੱਲ ਕਦੇ ਵੀ ਨਹੀਂ ਕਹਿ ਸਕਦੇ ਕਿ ਜੋ ਅਰਥ ਅਸੀਂ ਕੀਤੇ ਨੇ ਜਾਂ ਜੋ ਅਸੀਂ ਸੰਥਿਆ ਕਰਾ ਰਹੇ ਹਾਂ ਇਹ ਲਾਸਟ ਹੈ। ਇੱਥੇ ਇਹ ਕਹਿਣਾ ਵੀ ਸ਼ਾਇਦ ਮੂਰਖਤਾ ਹੀ ਹੋਏਗੀ, ਤੇ ਅਨੇਕਾਂ ਅਰਥ ਨੇ ਹੋਰ ਵੀ। ਤੇ ਇਸ ਤੋਂ ਅਗਲੀ ਪੌੜੀ ਮੈਂ ਕਰਕੇ ਤੇ ਸਮਾਪਤੀ ਕਰਾਂਗਾ, ਕਿਉਂਕਿ ਜਿਹੜੀ ਅਗਲੀ ਪੌੜੀ ਹੈ ਨਾ ਉਹ ਸੋਰਠਾ ਇਹਨੂੰ ਕਿਹਾ ਜਾਂਦਾ ਹੈ। ਇੱਥੇ ਖਰੇ ਸ਼ਬਦ ਨਹੀਂ ਹੈ ਸੋਰਠਾ ਇਸ ਕਰਕੇ ਕਿਉਂਕਿ ਇਹਦੀ ਨਾ ਪੰਕਤੀਆਂ ਇੱਕ ਦੂਜੇ ਨਾਲ ਮਿਲਦੀਆਂ ਨਹੀਂ। ਇਸ ਤਰ੍ਹਾਂ ਹੁੰਦਾ ਹੈ, ਸਾ ਲਾਹੀ, ਵੇਖੋ ਸੱਸੇ ਨੂੰ ਵੀ ਕੰਨਾ, ਲੱਲੇ ਨੂੰ ਵੀ ਕੰਨਾ, ਸਾ ਲਾ ਹੀ। ਪਹਿਲੇ ਅੱਖਰ ਵਿੱਚ ਹਾਹੇ ਨੂੰ ਬਿਹਾਰੀ ਹੈ, ਦੂਜੇ ਅੱਖਰ ਵਿੱਚ ਹਾਹੇ ਨੂੰ ਸਿਹਾਰੀ ਹੈ। ਧਿਆਨ ਨਾਲ ਵੇਖਿਓ, ਤੁਹਾਡੇ ਸਾਹਮਣੇ ਆ ਰਹੀ ਹੈ ਸਕਰੀਨ ਦੇ ਉੱਪਰ, ਸਾ ਲਾ ਹੀ, ਸਾ ਲਾ ਏਤੀ ਸੁਰਤ ਨਾ ਪਾਈਆ। ਨਾ ਨਹੀਂ ਕਹਿਣਾ, ਨਾ ਹੋਇਆ ਤੇ ਨੰਨੇ ਨੂੰ ਕੰਨਾ ਆ ਜਾਏਗਾ। ਏਤੀ ਸੁਰਤ ਨਾ ਪਾਈਆ। ਫਿਰ ਆਖਿਆ ਨਦੀਆ ਅਤੈ ਵਾਹ, ਇੱਥੇ ਇਹਦਾ ਵਿਸ਼ਰਾਮ ਆਏਗਾ। ਨਦੀਆ ਅਤੈ ਵਾਹ ਪਵਹੇ ਸਮੁੰਦ ਨਾ ਜਾਣੀਐ। ਮੇਰੇ ਸੱਚੇ ਪਾਤਸ਼ਾਹ ਨੇ ਜਿਹੜੇ ਇੱਥੇ ਬੋਲ ਕਹੇ ਨੇ ਨਾ, ਕਹਿੰਦੇ ਜਿਹੜੇ ਉਸ ਪਰਮਾਤਮਾ ਦੀ ਸਿਫਤ ਕਰਦੇ ਨੇ ਨਾ, ਸਾਲਾਹ ਕਰਦੇ ਨੇ, ਸਿਫਤ ਕਰਦੇ ਨੇ, ਉਹਨਾਂ ਨੂੰ ਵੀ ਇਸ ਗੱਲ ਦੀ ਇੰਨੀ ਸਮਝ ਨਹੀਂ ਹੈ। ਸਾਲਾਹੀ ਸਾਲਾਹ ਏਤੀ ਸੁਰਤ ਨਾ ਪਾਈ ਹੈ। ਉਹਨਾਂ ਨੂੰ ਵੀ ਇੰਨੀ ਸੁਰਤ ਦਾ ਅਰਥ ਇੱਥੇ ਸਮਝੇ, ਸੋਝੀਏ, ਉਹਨਾਂ ਨੂੰ ਵੀ ਇੰਨੀ ਸੁਰਤ ਨਹੀਂ। ਨਦੀਆਂ ਅਤੈ ਵਾਹ ਪਵਹੇ ਸਮੁੰਦ ਨਾ ਜਾਣੀਐ। ਨਦੀਆਂ ਤੇ ਨਾਲੇ ਜਿਹੜੇ ਨੇ ਉਹ ਸਮੁੰਦਰ ਵਿੱਚ ਪੈਂਦੇ ਨੇ। ਆਪਾਂ ਨੂੰ ਪਤਾ ਹੈ ਕਿ ਜਿਹੜੀਆਂ ਨਦੀਆਂ ਨਿਕਲਦੀਆਂ ਨੇ ਜਾਂ ਨਾਲੇ ਜਿਹੜੇ ਨੇ ਉਹ ਅਖੀਰ ਨੂੰ ਜਾ ਕੇ ਉਹਨਾਂ ਦਾ ਮਿਲਾਪ ਉਹ ਸਮੁੰਦਰ ਦੇ ਅੰਦਰ ਹੀ ਸਮਾ ਜਾਂਦੇ ਨੇ। ਪਰ ਜੇ ਗੱਲ ਹੋਵੇ ਕਿ ਉਹ ਜਿਹੜੇ ਨਦੀਆਂ ਤੇ ਨਾਲੇ ਸਮੁੰਦਰ ਵਿੱਚ ਸਮਾਉਂਦੇ ਪਏ ਨੇ, ਉਹ ਕਹਿਣ ਕਿ ਅਸੀਂ ਸਮੁੰਦਰ ਦਾ ਥਾਹ ਪਾ ਲਿਆ, ਅਸੀਂ ਸਮੁੰਦਰ ਨੂੰ ਜਾਣ ਲਿਆ, ਸਮੁੰਦਰ ਨੂੰ ਸਮਝ ਲਿਆ, ਤੇ ਮੂਰਖਤਾ ਹੀ ਹੋਏਗੀ। ਤਾਂ ਗੁਰੂ ਸਾਹਿਬ ਨੇ ਆਖਿਆ ਨਦੀਆਂ ਅਤੈ ਵਾਹ ਪਵਹੇ ਸਮੁੰਦ ਨਾ ਜਾਣੀਆਂ। ਉਹ ਸਮੁੰਦਰ ਵਿੱਚ ਪੈਂਦੇ ਜ਼ਰੂਰ ਨੇ, ਪਰ ਉਹ ਸਮੁੰਦਰ ਦਾ ਥਾਹ ਨਹੀਂ ਪਾ ਸਕਦੇ, ਸਮੁੰਦਰ ਨੂੰ ਜਾਣ ਨਹੀਂ ਸਕਦੇ। ਕਹਿੰਦੇ ਸਮੁੰਦ ਸਾ ਸੁਲਤਾਨ। ਹੁਣ ਜਿਹੜਾ ਇੱਥੇ ਕਿਹਨੂੰ ਕਿਹਾ ਸਮੁੰਦ ਸਾ ਸੁਲਤਾਨ? ਕਹਿੰਦੇ ਜਾਇਦਾਦ ਅਤੇ ਦੌਲਤ ਦੇ ਸਮੁੰਦਰਾਂ ਤੇ ਪਹਾੜਾਂ ਦੇ ਸਮੇਤ ਰਾਜੇ ਅਤੇ ਮਹਾਰਾਜੇ ਜਿਹੜੇ ਨੇ, ਗਿਰਹਾ ਸੇਤੀ, ਮਾਲ, ਧਨ ਦੌਲਤ, ਸਮੁੰਦ ਸ਼ਾਹ ਸੁਲਤਾਨ। ਸਮੁੰਦ ਸ਼ਾਹ ਸੁਲਤਾਨ ਦਾ ਅਰਥ ਹੈ ਸਮੁੰਦਰਾਂ ਦੇ ਪਾਤਸ਼ਾਹ ਤੇ ਸੁਲਤਾਨ ਜਿਹੜੇ ਨੇ। ਗਿਰਹਾ ਕਹਿੰਦੇ ਨੇ ਪਹਾੜ ਨੂੰ, ਸੇਤੀ ਦਾ ਭਾਵ ਹੈ ਪਹਾੜ ਜਿੱਡੇ, ਜਿਨ੍ਹਾਂ ਕੋਲ ਇਹਨਾਂ ਧਨ ਦੌਲਤ ਹੈ। ਪਰ ਇੱਕ ਗੱਲ ਕਹਿ ਦਿੱਤਾ, ਕਹਿੰਦੇ ਕੀੜੀ ਤੁਲ ਨਾ ਹੋਵਨੀ, ਕੀੜੀ ਤੁਲ ਨਾ, ਨੰਨਾ ਫਿਰ ਮੁਕਤਾ ਹੋਵਨੀ। ਕਹਿੰਦੇ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਇੱਕ ਕੀੜੀ ਦੇ ਬਰਾਬਰ ਵੀ ਉਹ ਨਹੀਂ। ਜੇ ਤਿਸ ਮਨਹੁ ਨਾ ਵੀਸਰਹਿ। ਵੇਖੋ ਕਿੰਨੀ ਕਮਾਲ ਦੀ ਗੱਲ ਕਹੀ। ਕਹਿੰਦੇ ਉਹ ਕੀੜੀ, ਜੇ ਇੱਕ ਕੀੜੀ ਪਰਮਾਤਮਾ ਦੀ ਸਿਫਤ ਕਰ ਰਹੀ ਹੈ, ਪਰਮਾਤਮਾ ਦੀ ਬੰਦਗੀ ਕਰ ਰਹੀ ਹੈ, ਉਹ ਜਿਹੜੇ ਏਡੇ ਏਡੇ ਵੱਡੇ ਸੁਲਤਾਨ ਨੇ, ਬਾਦਸ਼ਾਹ ਨੇ, ਉਸ ਕੀੜੀ ਦੇ ਬਰਾਬਰ ਵੀ ਨਹੀਂ ਹਨ ਜਿਹਦੇ ਮਨ ਵਿੱਚ ਪਰਮਾਤਮਾ ਵੱਸਦਾ ਹੈ। ਕਹਿਣ ਦਾ ਭਾਵ ਇਹ ਹੈ ਕਿ ਇੱਕ ਆਮ ਇਨਸਾਨ ਜੇ ਉਹ ਪਰਮਾਤਮਾ ਦੀ ਬੰਦਗੀ ਕਰਦਾ ਹੈ ਤੇ ਉਹਦੇ ਅੱਗੇ ਰਾਜੇ, ਮਹਾਰਾਜੇ, ਪਾਤਸ਼ਾਹ ਵੀ ਕਿਸੇ ਕੰਮ ਦੇ ਨਹੀਂ, ਜੋ ਕਹਿਣ ਕਿ ਅਸੀਂ ਵੱਡੇ ਹਾਂ। ਇਹ ਸੋਰਠੇ ਆ। ਤੇ ਜੋ ਪਹਿਲਾਂ ਵੀ ਗੱਲ ਕੀਤੀ ਕਿ ਇੱਕ ਪੰਕਤੀ ਇੱਕ ਦੂਜੇ ਦੇ ਨਾਲ ਨਹੀਂ ਮਿਲਦੀ। ਜਦੋਂ ਪੰਜਵੇਂ ਪਾਤਸ਼ਾਹ ਮਹੱਲੇ ਪੰਜਵੇਂ ਦੇ ਆਪਾਂ ਸਵਈਏ ਪੜ੍ਹਦੇ ਹਾਂ ਗੁਰੂ ਗ੍ਰੰਥ ਸਾਹਿਬ ਵਿੱਚ, ਉੱਥੇ ਵੀ ਸੋਰਠਾ ਹੈ, ਗੁਰੂ ਅਰਜਨ ਪੁਰਖ ਪ੍ਰਮਾਣ ਪਾਰਥਉ ਚਾਲੈ ਨਾਹੀ, ਨੇਜਾ ਨਾਮ ਨਿਸ਼ਾਨ, ਸਤਿਗੁਰ ਸ਼ਬਦ ਸਵਾਰਿਓ। ਇਹ ਉਹ ਸੋਰਠਾ ਹੈ। ਸੋਰਠਾ ਚਾਲ ਹੈ ਇੱਕ, ਜਾਂ ਸੋਰਠਾ ਇੱਕ ਕਵਿਤਾ ਦੀ ਕਿਸਮ, ਦੀ ਆਪਣੀ ਇੱਕ ਵੱਖਰੀ ਚਾਲ ਹੁੰਦੀ ਹੈ। ਸੋ ਇਹ ਅੱਜ 23 ਪੌੜੀਆਂ ਜਿਹੜੀਆਂ ਨੇ ਉਹ ਹੋਈਆਂ ਨੇ। ਸਮਾਂ ਬੜੀ ਛੇਤੀ ਨਿਕਲਦਾ ਜਾਂਦਾ ਹੈ। ਤੇ ਜਿਹੜੀ ਪਾਤਾਲ ਵਾਲੀ ਪੌੜੀ ਹੈ, ਇੱਥੇ ਅਖੀਰ ਤੇ ਗੁਰੂ ਨਾਨਕ ਸਾਹਿਬ ਨੇ ਆਪਣੀ ਰਾਏ ਜਿਹੜੀ ਉਹ ਦਿੱਤੀ ਹੈ ਕਿ ਭਾਈ ਲੇਖਾ ਹੋਏ ਤਾਂ ਲਿਖੀਐ, ਲੇਖਾ ਹੋਏ ਵਿਨਾਸ਼, ਨਾਨਕ ਵੱਡਾ ਆਖੀਐ ਆਪੇ ਜਾਣੈ ਆਪ। ਕਿ ਕਿੰਨੀਆਂ ਧਰਤੀਆਂ ਆਕਾਸ਼ ਪਤਾਲ ਨੇ, ਜਿਹਨੂੰ ਵੱਡਾ ਕਹਿੰਦੇ ਆ ਨਾ, ਜਿਹੜਾ ਵੱਡਾ ਹੈ ਉਹ ਆਪ ਜਾਣਦਾ ਹੈ ਜਿਹਨੇ ਬਣਾਇਆ ਹੈ ਕਿ ਕਿੰਨੀਆਂ ਉਹਨੇ ਬਣਾਈਆਂ, ਕਿੰਨੀਆਂ ਉਹਨੇ ਨਾਸ਼ ਕਰ ਦਿੱਤੀਆਂ।
ਤੇ ਇਹ ਸਭ ਕੁਝ ਉਹੀ ਜਾਣਦਾ ਹੈ। ਸੋ ਇੰਨੀਆਂ ਬੇਨਤੀਆਂ ਆਪ ਜੀ ਨੇ ਪ੍ਰਵਾਨ ਕਰ ਲੈਣੀਆਂ। ਇੱਕ ਕੋਸ਼ਿਸ਼ ਇਹ ਕਰਿਆ ਕਰੋ ਕਿ ਇਹ ਜਿਹੜੀ ਗੁਰਬਾਣੀ ਦੀ ਸੰਥਿਆ ਆਪ ਜੀ ਜਪਜੀ ਸਾਹਿਬ ਦੀ ਕਰ ਰਹੇ ਹੋ ਨਾ, ਇਹਨੂੰ ਰਿਪੀਟ ਜ਼ਰੂਰ ਕਰਿਆ ਕਰੋ। ਤੁਸੀਂ ਇਹਨੂੰ ਰਿਪੀਟ ਕਰੋਗੇ ਤੇ ਇਹ ਤਾਂ ਹੀ ਸਮਝ ਵਿੱਚ ਆਏਗੀ। ਤੇ ਅਸੀਂ ਵੀ ਇਹ ਕੋਸ਼ਿਸ਼ ਕਰਦੇ ਹਾਂ ਕਿ ਜਿਹੜੀ ਕਲਾਸ ਲਾਈ ਜਾ ਰਹੀ ਹੈ ਇਹਨੂੰ YouTube ਤੇ ਜਿਹੜਾ ਪੇਜ ਹੈ ਗੁਰਦੁਆਰਾ ਗੁਰੂ ਗੋਬਿੰਦ ਸਿੰਘ ਜੀ ਸ਼ਾਹਣੀ ਦੇ ਨਾਮ ਤੇ, ਉਹਦੇ ਤੇ ਨਾਲ ਦੀ ਨਾਲ ਹੀ ਇਹਨੂੰ ਜੋ ਹੈ ਉਹ ਕਨਵਰਟ ਕਰਕੇ ਅਸੀਂ ਚੜਾ ਦਈਏ। ਇਹਦੇ ਵਿੱਚ 2 ਘੰਟੇ ਦਾ ਕਨਵਰਟ ਹੋਣ ਤੇ ਟਾਈਮ ਲੱਗਦਾ, ਅਪਲੋਡ ਤੇ ਟਾਈਮ ਨਹੀਂ ਲੱਗਦਾ। ਤੇ ਇਹ ਜਿਹੜੀ ਸਵੇਰ ਵਾਲੀ ਕਲਾਸ ਸੀ ਉਹਨੂੰ ਵੀ ਕਨਵਰਟ ਕਰਕੇ ਅਸੀਂ ਦੁਪਹਿਰ ਤੱਕ YouTube ਤੇ ਪਾ ਦਿੱਤਾ ਸੀ। ਫਿਰ ਉਹਦਾ ਲਿੰਕ ਵੀ ਗਰੁੱਪ ਵਿੱਚ ਪਾਇਆ ਸੀ। ਇਹਨੂੰ ਵੀ ਅਸੀਂ 7:30 ਕਰੀਬ ਹੋ ਗਏ ਨੇ ਤੇ 10 ਵਜੇ ਤੱਕ ਦਾ ਟਾਈਮ ਇਹ ਲਏਗਾ। ਤੇ ਇਹਨੂੰ ਵੀ ਕਨਵਰਟ ਕਰਕੇ ਤੇ ਅਸੀਂ YouTube ਤੇ ਪਾਵਾਂਗੇ। ਤੁਰੰਤ ਲਿੰਕ ਜਿਹੜਾ ਇਹਦਾ ਸ਼ੇਅਰ WhatsApp ਗਰੁੱਪ ਵਿੱਚ ਕਰ ਦੇਵਾਂਗੇ। ਤੁਸੀਂ ਵਾਰ-ਵਾਰ ਇਹ ਸੰਥਿਆ ਸੁਣੋਗੇ, ਰਿਪੀਟ ਕਰੋਗੇ, ਉਹਨੂੰ ਨਾਲ ਪੜ੍ਹੋਗੇ ਤੁਸੀਂ ਵੀ, ਤੇ ਇਹ ਤਾਂ ਸੌਖੀ ਜਿਹੜੀ ਸਮਝ ਉਹ ਆਏਗੀ। ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ। ਜੇ ਕਿਸੇ ਦਾ ਕੋਈ ਸਵਾਲ ਹੈ ਇਹਦੇ ਨਾਲ ਰਿਲੇਟਡ ਤੇ ਆਪ ਜੀ ਕਰ ਸਕਦੇ ਹੋ ਆਪਣਾ ਮਾਈਕ ਔਨ ਕਰਕੇ। ਬਟ ਇਹ ਕੋਸ਼ਿਸ਼ ਜ਼ਰੂਰ ਕਰਿਆ ਕਰੋ ਕਿ ਆਪਣਾ ਸਵਾਲ ਪੁੱਛਣ ਲੱਗੇ ਆਪਣਾ ਕੈਮਰਾ ਵੀ ਔਨ ਜੇ ਕਰ ਲਓ ਤੇ ਬਹੁਤ ਵਧੀਆ ਹੋਏਗਾ। ਕਿਸੇ ਦਾ ਕੋਈ ਸਵਾਲ ਹੈ? ਠੀਕ ਹੈ ਜੀ, ਲੱਗਦਾ ਕਿਸੇ ਦਾ ਕੋਈ ਸਵਾਲ ਨਹੀਂ ਹੈ। ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਜੀ। ਬੇਅੰਤ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।